ਦਰਦਾਂ ਦਾ ਇਲਾਜ ਕਰ ਦੇਣਾ ਇਸ ਇੰਟਰਵਿਊ ਦੇ ਜ਼ਰੀਏ। ਇੱਧਰ ਜ਼ਿਆਦਾ ਤੁਹਾਨੂੰ ਮਹਿਸੂਸ ਹੁੰਦੀ ਹੈ ਆਹ ਜੀ ਇੱਥੇ ਆ ਗਈ ਅੱਜ ਹੀ ਆ ਗਈ। ਮੈਕਸੀਮਮ ਪੰਜਾਬ ਦੇ ਅੰਦਰ ਬੰਦੇ ਮੁੱਦੇ ਪੈਂਦੇ ਨੇ, ਜਿਹੜੇ ਮੁੱਦੇ ਪੈਂਦੇ ਨੇ ਉਹਨਾਂ ਦੀ ਲੋਅਰ ਬੈਕ ਔਰ ਗਰਦਨ ਦੀ ਪ੍ਰੋਬਲਮ ਪਰਮਾਨੈਂਟ ਰਹੇਗੀ। ਜਦ ਆਪਾਂ ਪੇਟ ਦੇ ਵੱਲ ਲਿਟਦੇ ਹਾਂ ਗਰਦਨ ਤਾਂ ਐ ਰੱਖ ਕੇ ਤਾਂ ਸੌਣਾ ਨਹੀਂ, ਗਰਦਨ ਨਹੀਂ ਰਹੂਗੀ। ਜਦ 90 ਡਿਗਰੀ ਗਰਦਨ ਘੁੰਮ ਗਈ ਆਹ ਵੱਲ ਪੈ ਗਿਆ। ਲੋਅਰ ਬੈਕ ਪੇਨ ਆ ਇਹਨਾਂ ਨੂੰ, ਤੇ ਆ ਹੁਣ ਦੇਖ ਰਹੇ ਨੇ ਭਾਜੀ ਇਹ ਕੀ ਇਕੁਇਪਮੈਂਟ ਆ ਜੀ? ਹੁਣ ਜਿਵੇਂ ਮੈਂ ਇੱਥੋਂ ਚਲਾ ਰਿਹਾ ਨਾ, ਮੈਂ ਸਪਾਈਨ ਦੇ ਰਾਊਂਡ ਚਲਾ ਰਿਹਾ ਤਾਂ ਇਹਨੇ ਰੀਡਿੰਗ ਚੱਕ ਲੈਣੀ ਆ। ਸੋ ਇਹਨਾਂ ਨੂੰ ਡੈਫੀਨੇਟਲੀ C1 ਦੇ ਕੋਲੇ ਕਿਤੇ ਨਾ ਕਿਤੇ ਕੋਈ ਦਿੱਕਤ ਆ। ਐਕਸਰੇ ਕੀ ਬੋਲਦਾ ਜੀ ਇਹਨਾਂ ਦਾ? ਇਹਨਾਂ ਦੇ ਕਰਵ ਵੀ ਹੈਗਾ ਜੀ, ਠੀਕ ਹੈ, ਤੁਸੀਂ ਦੇਖ ਸਕਦੇ ਆ ਜਗ੍ਹਾ ਤੇ ਹੈਗਾ। ਮੈਨੂੰ ਲੱਗਦਾ ਕਿ ਆਮ ਬੰਦੇ ਨੂੰ ਵੀ ਪਤਾ ਲੱਗਦਾ ਕਿ ਥੋੜਾ ਜਿਹਾ ਇੱਥੇ ਬੈਂਡ ਹੈਗਾ। ਹੁਣ ਕਈਆਂ ਦੇ ਮਾਈਂਡ 'ਚ ਇਹ ਆ ਗਿਆ ਹੋਊਗਾ ਕਿ ਆਹ ਕਰਵ ਹੋਣ ਕਰਕੇ ਹੀ ਇਹਨਾਂ ਨੂੰ ਪ੍ਰੋਬਲਮ ਆ। ਨਹੀਂ, ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਡਿਸਕ ਤੇ ਪ੍ਰੈਸ਼ਰ ਬਣਦਾ। ਪਹਿਲਾਂ ਨਾਲੋਂ ਰੀਡਿੰਗ ਜਿਹੜੀ ਆ ਮੇਰੀ ਲੈਸ ਹੋ ਗਈ ਆ। ਪਹਿਲਾਂ ਜੇ ਤੁਸੀਂ ਨੋਟਿਸ ਕੀਤਾ ਹੋਊਗਾ ਕਾਫੀ ਜ਼ਿਆਦਾ ਰਿਫਲੈਕਟ ਕਰ ਰਿਹਾ ਸੀ ਰਾਈਟ ਸਾਈਡ ਨੂੰ। ਇਹ ਜਿਹੜੇ ਹੁਣ ਆਵਾਜ਼ ਆਈ ਆ ਇਹ ਅਲਾਈਨਮੈਂਟ ਠੀਕ ਹੋਈ ਹੈ? ਇਹਦੇ ਵਿੱਚ ਵੀ ਕੁਝ ਦੇਖੋ, ਜਿਹੜੀ ਆਵਾਜ਼ ਹੁੰਦੀ ਆ ਨਾ, ਇਹ ਆਪਣੇ ਜੁਆਇੰਟਸ ਦੇ ਵਿੱਚ ਗੈਸਸ ਹੁੰਦੀਆਂ ਨੇ, ਆਕਸੀਜਨ, ਨਾਈਟ੍ਰੋਜਨ, ਕਾਰਬਨ ਡਾਈਆਕਸਾਈਡ। ਜਦ ਆਪਾਂ ਸਡਨਲੀ ਕਿਸੇ ਚੀਜ਼ ਨੂੰ ਜਰਕ ਮਾਰਦੇ ਆ ਨਾ ਤਾਂ ਉਹ ਜੁਆਇੰਟ ਵਿੱਚੋਂ ਗੈਸ ਰਿਲੀਜ਼ ਹੁੰਦੀ ਆ। ਬਿਲਕੁਲ, ਉਹ ਪੌਪ ਸਾਊਂਡ ਆ। ਐਕਚੁਅਲੀ ਇਹ ਹਰਟ ਨਹੀਂ ਕਰਦੀ ਬੰਦੇ ਨੂੰ। ਕੈਰੋਪ੍ਰੈਕਟਿਕ ਇਨਸਟੈਂਟ ਰਿਲੀਫ ਦੇਣ ਲਈ ਨਹੀਂ ਹੈ, ਇਨਸਟੈਂਟ ਬੋਡੀ ਨੂੰ ਹੀਲ ਕਰਨ ਵਾਸਤੇ ਆ। ਬਹੁਤ ਲੋਕ ਇਸ ਚੀਜ਼ ਨੂੰ ਗਲਤ ਤਰੀਕੇ ਨਾਲ ਸਮਝਦੇ ਆ, ਪੜਾਕੇ ਪਾਉਣ ਵਾਲੀ ਥਿਊਰੀ ਹੈ ਜਾਂ ਕੀ ਹੈ। ਇਦਾਂ ਤਾਂ ਕੁਝ ਨਹੀਂ। ਆਪਾਂ ਇਹਨੂੰ ਹੋਰ ਝਟਕਾ ਭਾਸ਼ਾ ਕਹਿ ਲਈ, ਕੋਈ ਬਖਸ਼ ਵਾਲਾ ਕੰਮ ਨਹੀਂ ਹੈਗਾ। ਇਹ ਸਾਰੀ ਤਕਨੀਕ ਆ, ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਮੈਂ ਆਪ ਦੇਖਿਆ ਵਾ, ਲਿਖਿਆ ਹੁੰਦਾ ਕਾਇਰੋਪ੍ਰੈਕਟਿਸ ਬਹੁਤ ਉਹ ਕਰਦੇ ਵੀ ਨੇ, ਉਹ ਲੋਕੀ ਅਜ਼ਮਾਉਂਦੇ ਵੀ ਨੇ। ਜਦ ਵੀ ਸੌਂਦੇ ਹੋ ਤੁਹਾਡੀ ਜਦ ਸਾਈਡ ਨੂੰ ਪਾਸਾ ਲੈ ਕੇ ਸੌਂਦੇ ਹੋ ਗਰਦਨ ਗਿਰਨੀ ਨਹੀਂ ਚਾਹੀਦੀ। ਜੇ ਗਰਦਨ ਗਿਰਦੀ ਆ ਤਾਂ ਤੁਹਾਡੀ ਸਰਵਾਈਕਲ ਪ੍ਰੋਬਲਮ ਹੋਵੇ। ਇੱਕ ਦੂਸਰਾ ਮੁੱਦੇ ਨਹੀਂ ਪੈਣਾ। ਤੀਸਰਾ ਬਾਂਹ ਐਂ ਰੱਖ ਕੇ ਜਾਂ ਐਂ ਰੱਖ ਕੇ ਨਹੀਂ ਸੌਣਾ। ਯੂਜ਼ੁਅਲ ਸਾਡਾ ਟ੍ਰੈਂਡ ਹੀ ਇਹੀ ਹੈ ਕਿ ਆਪਾਂ ਐਂ ਸੌਂਦੇ ਆ ਜਾਂ ਐਂ ਰੱਖ ਕੇ ਸੌਂਦੇ ਆ। ਜਿਸ ਟਾਈਮ ਤੁਹਾਡੇ ਪੋਸਚਰ ਦੇ ਕਰਵ ਖਰਾਬ ਹੋਣੇ ਸ਼ੁਰੂ ਹੋ ਗਏ, ਠੀਕ ਆ, ਸਮਝ ਲਓ ਤੁਹਾਨੂੰ ਉਸ ਦਿਨ ਪੇਨ ਆਉਣੀਆਂ ਸਟਾਰਟ ਹੋ ਗਈਆਂ। ਥੋੜਾ ਜਿਹਾ ਸਮਝਾਓ ਕਿ ਸਭ ਤੋਂ ਬੈਸਟ ਪੋਸਚਰ ਕਿਹੜਾ ਵਾ ਬੈਠਣ ਦਾ, ਜੇ ਥੋੜਾ ਜਿਹਾ ਦੱਸੋ। ਬਹਿਣਾ ਤਾਂ ਤੁਸੀਂ ਹਮੇਸ਼ਾ ਪਿੱਛੇ ਸਪੋਰਟ ਲੈ ਕੇ ਬੈਠੋ। ਅੱਜ ਕੱਲ੍ਹ ਚੇਅਰਸ ਆਉਂਦੀਆਂ ਨੇ, ਵਧੀਆ ਚੇਅਰਸ ਆਉਂਦੀਆਂ ਨੇ, ਠੀਕ ਆ, ਸਪੋਰਟ ਲੈ ਕੇ ਬੈਠੋ। ਆਹ ਕਰਵ ਨਹੀਂ ਲੂਜ਼ ਹੋਣੀ ਚਾਹੀਦੀ। ਨਹੀਂ ਤਾਂ ਆਮ ਤੌਰ ਤੇ ਕਹਿੰਦੇ ਨੇ ਕਿ ਸਿੱਧੇ ਬੈਠੋ, ਸਿੱਧੀ ਪਿੱਠ ਕਰਕੇ। ਬਿਲਕੁਲ ਸਿੱਧੀ ਪਿੱਠ ਤਾਂ ਦੇਖੋ ਤੁਹਾਨੂੰ ਲੱਗਦੀ ਸਿੱਧੀ ਹੁੰਦੀ ਆ, ਪਰ ਨੇਚਰਲੀ ਕਰਵ ਤਾਂ ਕੁਦਰਤ ਵੱਲੋਂ ਤਾਂ ਹੈਗਾ ਹੀ ਆ। ਤੁਸੀਂ ਗਲਤ ਬਹਿ ਕੇ ਕਰਵ ਖਰਾਬ ਕਰ ਲੈਂਦੇ ਆ। ਤੁਸੀਂ ਇਹ ਚੀਜ਼ ਨੋਟ ਕਰ ਲਓ, ਇਹਨੂੰ ਸਕਰੀਨਸ਼ਾਟ ਮਾਰ ਕੇ ਰੱਖ ਲਓ ਕਿ ਸਭ ਤੋਂ ਸਹੀ ਤਰੀਕਾ ਸੌਣ ਦਾ ਕੀ ਆ। ਤੁਹਾਡੀ ਬਾਂਹ ਫ੍ਰੀ ਹੋਣੀ ਚਾਹੀਦੀ ਆ, ਤੇ ਇੱਕ ਪਿੱਲੋ ਤੁਹਾਡੇ ਗੋਡਿਆਂ ਦੇ ਵਿੱਚ, ਤਾਂ ਕਿ ਪੈਲਵਿਕ ਦੀ ਪ੍ਰੋਬਲਮ ਨਾ ਆਵੇ। ਠੀਕ ਆ, ਇਹਦੇ ਵਿੱਚ ਤੁਸੀਂ ਇੱਕ ਪਿੱਲੋ ਰੱਖ ਸਕਦੇ। ਇਹਦਾ ਕੀ ਹੈ ਜੀ, ਥੋੜਾ ਜਿਹਾ ਵੀ ਦੱਸੋ। ਸਟ੍ਰੈਸ ਨਾ ਆਵੇ, ਐਂ ਟਕਰਾਉ। ਜੇ ਇਦਾਂ ਪੈ ਰਿਹਾ ਸਟ੍ਰੈਸ ਬਿਲਕੁਲ ਪੈ ਰਿਹਾ। ਜੇ ਆਪਾਂ ਇਦਾਂ ਰੱਖ ਲਈਏ ਤਾਂ ਈਜ਼ੀ ਰਹੂ। ਤੁਸੀਂ ਜਿੱਦਾਂ ਆਹ ਪਿੱਲੋ ਇੱਥੋਂ ਲਓ, ਸ਼ੋਲਡਰ ਲਾਈਨ ਤੋਂ ਸ਼ੁਰੂ ਕਰੋ ਤੇ ਤੁਹਾਡੇ ਸਿਰ ਦੇ ਲਾਈਨ ਤੇ ਖਤਮ ਹੋ ਜਾਏ। ਨਾਰਮਲੀ ਆਪਾਂ ਇਦਾਂ ਲੈਂਦੇ, ਆਪਾਂ ਇਦਾਂ ਲੈਂਦੇ ਆ, ਇਹ ਨਹੀਂ ਠੀਕ ਹੈਗਾ। ਬੈਟਰ ਹੈ ਇਹਨੂੰ ਥੱਲੋਂ ਥੋੜਾ ਜਿਹਾ ਆਪਾਂ ਸ਼ੋਲਡਰ ਲਾਈਨ ਤਾਂ ਕਿ ਤੁਹਾਡੀ ਗਰਦਨ ਦਾ ਆਰਚ ਵੀ ਬਣਿਆ ਰਹੇ, ਜੋ ਕੁਦਰਤ ਨੇ ਡਿਜ਼ਾਈਨ ਕੀਤੀ ਹੋਈ ਆਰਚ ਉਹ ਬਣੀ ਰਹੇ। ਮੇਰੇ ਕੋਲ 2 ਸਾਲ ਦਾ ਬੱਚਾ ਆਇਆ ਸੀ, ਕਹਿੰਦੇ ਬੈਠ ਨਹੀਂ ਸਕਦੀ, ਤੁਰ ਨਹੀਂ ਸਕਦੀ। ਲੜਕੀ, ਅੱਛਾ, ਲੜਕੀ ਸੀ, ਕਹਿੰਦੇ ਬੈਠ ਨਹੀਂ ਸਕਦੀ, ਤੁਰ ਨਹੀਂ ਸਕਦੀ। ਇੱਕ ਕਰਨਾਲ ਤੋਂ ਆਏ ਸੀ। ਅੱਛਾ, ਸਿਰਫ ਉਹਨਾਂ ਨੇ ਗਰਦਨ ਦਾ ਮੈਂ ਸੈਟਿੰਗ ਕੀਤੀ ਸੀ। ਸੈਟਿੰਗ ਕਰਕੇ ਬੱਚਾ ਸੀਗਾ ਉਹਦਾ, ਹੋਰ ਜ਼ਿਆਦਾ ਕੁਝ ਨਹੀਂ ਕਰ ਸਕਿਆ। ਸੈਟਿੰਗ ਕਰਕੇ ਤੋੜ ਦਿੱਤੀ। ਦੂਸਰੀ ਜਿਹੜੇ ਉਹ ਆਏ ਸੀ ਅੱਜ ਤੋਂ 7-8 ਦਿਨ ਪਹਿਲਾਂ ਆਏ ਸੀਗੇ, ਉਹ ਬਹੁਤ ਹੀ ਥੈਂਕਫੁਲ ਸੀਗੇ, ਬੜੇ ਖੁਸ਼ ਸੀਗੇ। ਕਹਿੰਦੇ ਗੁੜੀਆ ਹੁਣ ਬੈਠਣ ਲੱਗੀ ਹੈ। ਕੋਈ ਜਾਦੂ ਨਹੀਂ ਹੈ ਸਾਡੇ ਹੱਥ। ਹਾਂ, ਸਾਡਾ ਸਲੋਗਨ ਜ਼ਰੂਰ ਇਹ ਹੈ ਕਿ ਐਕਸਪੀਰੀਅੰਸ ਦਾ ਮੈਜਿਕ। ਸਤਿ ਸ਼੍ਰੀ ਅਕਾਲ। ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਮੈਂ ਹਾਂ ਗਗਨ ਬੇਦੀ, ਤੇ ਅੱਜ ਕਹਿ ਲਓ ਕਿ ਤੁਹਾਡੇ ਦਰਦਾਂ ਦਾ ਇਲਾਜ ਕਰ ਦੇਣਾ ਇਸ ਇੰਟਰਵਿਊ ਦੇ ਜ਼ਰੀਏ। ਆਮ ਤੌਰ 'ਤੇ ਮੌਜੂਦਾ ਸਮੇਂ ਦੇ ਵਿੱਚ ਜਿਵੇਂ ਜ਼ਿੰਦਗੀ ਬਹੁਤ ਤੇਜ਼ੀ ਦੇ ਨਾਲ ਚੱਲ ਰਹੀ ਹੈ, ਬਹੁਤ ਤਰ੍ਹਾਂ ਦੀਆਂ ਟੈਨਸ਼ਨਾਂ ਨੇ, ਖਾਣ ਪੀਣ ਇਸ ਤਰ੍ਹਾਂ ਦਾ ਹੋ ਗਿਆ, ਸਰੀਰਕ ਰੋਗ ਬਹੁਤ ਵੱਧ ਗਏ ਨੇ, ਔਰ ਹੱਡੀਆਂ ਦੇ ਨਾਲ ਜੁੜੇ ਹੋਏ ਰੋਗ ਬਹੁਤ ਵੱਧ ਗਏ ਨੇ, ਮਹਿੰਗੇ ਇਲਾਜ ਬਹੁਤ ਨੇ। ਔਰ ਅੱਜ ਮੈਂ ਹੈਗਾ ਦੀਪ ਕਾਇਰੋਪ੍ਰੈਕਟਰ, ਪ੍ਰਦੀਪ ਜੀ ਨੇ ਮੇਰੇ ਨਾਲ, ਜਿਹੜੇ ਇੱਥੇ ਦੇ ਓਨਰ ਵੀ ਨੇ ਔਰ ਕਰਤਾ ਧਰਤਾ ਨੇ। ਔਰ
ਯਕੀਨ ਮੰਨਿਓ ਮੈਂ ਪਹਿਲਾਂ ਵੀ ਇੰਟਰਵਿਊ ਕੀਤੀ ਸੀ, ਬਹੁਤ ਲੋਕਾਂ ਦਾ ਭਲਾ ਹੋਇਆ ਔਰ ਬਾਰ-ਬਾਰ ਮੈਨੂੰ ਲੋਕ ਕਹਿੰਦੇ ਸੀ ਕਿ ਇੱਕ ਵਾਰ ਦੁਬਾਰਾ ਜਾਓ, ਹੋਰ ਸਾਨੂੰ ਕੁਝ ਜਾਣਕਾਰੀ ਮਿਲੇ, ਤਾਂ ਮੈਂ ਦੁਬਾਰਾ ਆਇਆ ਇੱਥੇ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਪਹਿਲਾਂ ਜਦ ਆਏ ਸੀਗੇ, ਜਦ ਪਹਿਲਾਂ ਆਏ ਸੀ ਇੰਨਾ ਕੁ ਹੋ ਗਿਆ ਸੀ। ਹੁਣ ਲੋਕੀ ਕਹਿੰਦੇ ਨੇ ਕਿ ਡੀਪ ਕਾਇਰੋਪ੍ਰੈਕਟਰ 'ਚ ਮਤਲਬ ਜੇ ਅਪਾਇੰਟਮੈਂਟ ਲੈਣੀ ਆ ਤਾਂ 2 ਮਹੀਨੇ 3 ਮਹੀਨੇ ਵੇਟ ਕਰਨੀ ਪੈਂਦੀ ਹੈ। ਇਹ ਹਾਲਾਤ ਹੋ ਗਏ ਨੇ ਕਿ ਸਾਡੀ ਵੀ ਆਪਦੀ ਇੱਕ ਲਿਮਿਟ ਹੁੰਦੀ ਹੈ, ਲਿਮਿਟ ਦੇ ਅੰਦਰ ਹੀ ਆਪਾਂ ਨੇ ਦੇਖਣਾ। ਇਹ ਨਹੀਂ ਹੈ ਕਿ ਆਪਾਂ ਜਿੰਨੇ ਜਿਹੜੇ ਆ ਗਏ ਸਾਰੇ ਬੰਦਿਆਂ ਨੂੰ ਦੇਖ ਲਾਂ। ਪਰ ਮੈਨੂੰ ਲੱਗਦਾ ਇੱਥੇ ਟਾਈਮ ਵੀ ਲੱਗ ਜਾਂਦਾ, ਇੱਕ ਪੇਸ਼ੈਂਟ ਤੇ ਵੀ ਟਾਈਮ ਲੱਗਦਾ, ਟਾਈਮ ਲੱਗਦਾ, ਤੋ ਸਾਰਾ ਕੁਝ ਹੈ। ਔਰ ਇੱਕ ਚਿਹਰੇ ਸਭ ਤੋਂ ਵੱਡਾ ਸਰਟੀਫਿਕੇਟ ਹੈ ਇੱਕ ਪੇਸ਼ੈਂਟ ਦੇ ਚਿਹਰੇ ਤੋਂ ਇੱਕ ਸਮਾਈਲ ਆ ਜਾਵੇ ਜਦ ਮੁਸਕਰਾਹਟ ਆਉਂਦੀ ਹੈ, ਇਹ ਤੋਂ ਪਤਾ ਲੱਗਦਾ ਮੈਨੂੰ ਲੱਗਦਾ ਪੈਸਿਆਂ ਤੋਂ ਵੀ ਵੱਧ ਖੁਸ਼ੀ ਹੁੰਦੀ ਹੈ। ਉਹ ਅੰਤਰਾਤਮਾ ਸਾਡੀ ਖੁਸ਼ ਹੁੰਦੀ ਹੈ। ਸਾਨੂੰ ਇਹ ਮਹਿਸੂਸ ਹੁੰਦਾ ਕਿ ਆਪਾਂ ਨੇ ਜੋ ਕੀਤਾ ਸਹੀ ਕੀਤਾ, ਅਗਲੇ ਦੇ ਭਲੇ ਵਾਸਤੇ ਕੀਤਾ। ਤੋ ਹਰ ਸਮੇਂ ਇਹੀ ਚੀਜ਼ ਆਪਾਂ ਮਨ ਦੇ ਅੰਦਰ ਲੈ ਕੇ ਚੱਲਦੇ ਹਾਂ। ਪੈਸੇ ਦੀ ਕੋਈ ਜ਼ਿਆਦਾ ਅਹਿਮੀਅਤ ਨਹੀਂ ਰੱਖੀ ਹੈਗੀ। ਲੋਕੀ ਕਹਿ ਵੀ ਦਿੰਦੇ ਨੇ ਕਿ ਪੈਸਿਆਂ ਦੇ ਪਿੱਛੇ ਦੌੜਦੇ ਹੋ ਫਲਾਨਾ ਟਿਮਕਾ, ਲੇਕਿਨ ਸਾਡੀ ਆਤਮਾ ਜਾਣਦੀ ਹੈ ਆਪਾਂ ਪੈਸਿਆਂ ਪਿੱਛੇ ਚੱਲਦੇ ਹਾਂ ਕਿ ਨਹੀਂ ਚੱਲਦੇ ਹਾਂ, ਆਪਾਂ ਜਾਣਦੇ ਹਾਂ। ਮੇਰੇ ਕੋਲ ਆ ਕੇ ਜੇ ਕੋਈ ਕਹਿ ਵੀ ਦਿੰਦਾ ਨਾ, ਸਰ ਸਾਡੇ ਕੋਲ ਇੰਨਾ ਨਹੀਂ, ਕੋਈ ਗੱਲ ਨਹੀਂ, ਦੇਖ ਲੈਂਦੇ। ਬੱਚੇ ਮੈਂ ਉਹ ਫ੍ਰੀ ਰੱਖੇ ਹੋਏ ਨੇ, 8-10 ਸਾਲ ਤੱਕ ਦੇ ਬੱਚਿਆਂ ਨੂੰ ਆਪਾਂ ਕੋਈ ਚਾਰਜਸ ਵੀ ਨਹੀਂ ਲੈਂਦੇ। ਮੇਰੇ ਕੋਲ ਆਉਂਦੇ ਨੇ ਬੜੇ ਬੱਚੇ, ਐਸੇ ਬੱਚੇ ਆਉਂਦੇ ਨੇ ਜਿਹੜੇ ਆਪਣੇ ਆਪ ਨੂੰ ਠੀਕ ਕਰਾ ਕੇ ਲੈ ਕੇ ਜਾਂਦੇ ਨੇ, ਬਹੁਤ ਅੱਛੇ ਰਿਜ਼ਲਟ। ਅੱਛਾ, ਸਭ ਤੋਂ ਵੱਧ ਇਸ ਵੇਲੇ ਮੈਨੂੰ ਲੱਗਦਾ ਸੋਹਣੀਆਂ ਸਾਰੀਆਂ ਨੇ, ਪਰ ਜ਼ਿਆਦਾਤਰ ਸਭ ਨੂੰ ਕੀ ਪ੍ਰੋਬਲਮ ਆ ਰਹੀ ਹੈ? ਇੱਕ ਗਰਦਨ ਦਾ ਬਹੁਤ ਅੱਜ ਕੱਲ੍ਹ ਚੱਕਰ। ਲਾਈਫਸਟਾਈਲ ਪ੍ਰੋਬਲਮ ਦੇ ਅੰਦਰ ਇੱਕ ਗਰਦਨ। ਕਿਉਂ? ਸਾਡੇ ਕੋਲ ਜਿਹੜੇ ਅੱਜ ਦੇ ਮਾਡਰਨ ਇਕੁਇਪਮੈਂਟ ਜਿਹੇ ਆ ਗਏ ਨੇ, ਜਿਹੜੀ ਮਾਡਰਨਾਈਜੇਸ਼ਨ 'ਚ ਜਿਹੜੇ ਮੋਬਾਈਲ ਹੋ ਗਿਆ, TV ਹੋ ਗਿਆ, ਲੈਪਟਾਪ ਹੋ ਗਏ, ਇਹੋ ਜਿਹੀਆਂ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਸਾਧਨ ਨੇ ਸਾਡੇ। ਜ਼ਿਆਦਾਤਰ ਗਰਦਨ, ਕਿਉਂਕਿ ਪੜ੍ਹਾਈ ਵੀ ਅੱਜ ਕੱਲ੍ਹ ਔਨਲਾਈਨ ਹੋਣ ਲੱਗੀ ਲਾਕਡਾਊਨ ਤੋਂ ਬਾਅਦ, ਠੀਕ ਹੈ। ਤੋ ਜ਼ਿਆਦਾਤਰ ਆਪਣੇ ਗਰਦਨ ਦੀ ਪ੍ਰੋਬਲਮ ਸਟਾਰਟ ਹੁੰਦੀ ਹੈ। ਉਸ ਤੋਂ ਬਾਅਦ ਜੇ ਗਰਦਨ ਦੀ ਨੈਗਲੈਕਟ ਹੋਣ ਲੱਗ ਜਾਂਦੀ ਹੈ, ਫਿਰ ਉਹ ਲੋਅਰ ਬੈਕ 'ਤੇ ਆ ਜਾਂਦੀ ਹੈ। ਅੱਛਾ, ਪਹਿਲਾਂ ਗਰਦਨ ਤੋਂ ਸ਼ੁਰੂ? ਹਾਂ, ਗਰਦਨ ਤੋਂ ਸ਼ੁਰੂ ਹੋ ਕੇ ਕੰਪਨਸੇਸ਼ਨ ਹੁੰਦੀ ਹੈ। ਦੂਸਰਾ, ਬੰਦੇ ਜਿਹੜੇ ਆਪਣੇ ਲਾਈਫ ਸਟਾਈਲ ਦੇ ਅੰਦਰ ਮੈਂ ਦੇਖਿਆ ਮੈਕਸੀਮਮ ਪੰਜਾਬ ਦੇ ਅੰਦਰ ਬੰਦੇ ਮੁੱਦੇ ਪੈਂਦੇ ਨੇ। ਜਿਹੜੇ ਮੁੱਦੇ ਪੈਂਦੇ ਨੇ ਉਹਨਾਂ ਦੀ ਲੋਅਰ ਬੈਕ ਔਰ ਗਰਦਨ ਦੀ ਪ੍ਰੋਬਲਮ ਪਰਮਾਨੈਂਟ ਰਹੇਗੀ। ਮਤਲਬ ਆਪਾਂ ਜਿਵੇਂ ਕਹੀਏ ਢਿੱਡ ਦੇ ਬਲ ਜਿਹੜੇ। ਹਾਂ। ਅੱਛਾ, ਪੇਟ ਦੇ ਬਲ ਜਿਹੜੇ ਲੇਟਦੇ ਨੇ ਉਹ ਨਹੀਂ ਲੇਟਣਾ ਚਾਹੀਦਾ। ਟੈਕਨੀਕਲੀ ਇਹਦਾ ਕੀ ਦਿੱਕਤ ਕੀ ਹੈ, ਕਿਉਂ? ਇਹ 'ਚ ਕੀ ਹੈ ਨਾ, ਸਪਾਈਨ 'ਚ ਮੋੜ ਆ ਜਾਂਦੇ ਨੇ। ਅੱਛਾ, ਦੇਖੋ ਗਰਦਨ ਜਦ ਆਪਾਂ ਪੇਟ ਦੇ ਵੱਲ ਲੇਟਦੇ ਹਾਂ, ਗਰਦਨ ਤਾਂ ਐਂ ਰੱਖ ਕੇ ਤਾਂ ਸੌਣਾ ਨਹੀਂ, ਗਰਦਨ ਐਂ ਰਹੂਗੀ। ਜਦ 90 ਡਿਗਰੀ ਗਰਦਨ ਘੁੰਮ ਗਈ, ਆਹ ਬਲ ਪੈ ਗਿਆ, ਇੱਥੇ ਬਲ ਪਿਆ, ਇਹ ਬਲ ਨੂੰ ਕੰਪਨਸੇਟ ਬਾਡੀ ਕੀ ਕਰਦੀ ਹੈ, ਸੈਲਫ ਹੀਲਿੰਗ ਪ੍ਰੋਬਲਮ, ਸੈਲਫ ਹੀਲਿੰਗ ਕਰਨ ਵਾਸਤੇ ਬਾਡੀ ਆਪਣੀ ਐਡਜਸਟਮੈਂਟ ਲੈਣੀ ਸ਼ੁਰੂ ਕਰ ਦਿੰਦੀ ਹੈ ਆਪਣੇ ਆਪ ਹੀ, ਆਪਣੇ ਆਪ। ਲੇਕਿਨ ਉਹ ਸਹੀ ਹੈ ਗਲਤ ਹੈ ਨਹੀਂ ਪਤਾ, ਕਰ ਦੇਣੀ ਹੈ। ਤੁਹਾਡੇ ਦਰਦ ਜਿਹੜੇ ਗਰਦਨ ਤੇ ਟੈਨਸ਼ਨ ਰਹਿੰਦੀ ਸੀ, ਪੇਨ ਰਹਿੰਦੀ ਸੀ, ਉਹ ਖਤਮ ਹੋ ਜੂਗੀ, ਉਹ ਹੇਠਾਂ ਚਲੀ ਜਾਊਗੀ। ਅੱਛਾ, ਕਿਉਂਕਿ ਬਾਡੀ ਨੇ ਬਲ ਪਾ ਕੇ ਉਹਨੂੰ ਸੈੱਟ ਕਰ ਲੈਣਾ। ਸਪਾਈਨ ਸਾਡੀ ਮੇਨ ਹੈ। ਮੈਂ ਪਹਿਲਾਂ ਵੀ ਕਹਿ ਚੁੱਕਿਆ ਸੀਗਾ ਕਿ ਸਪਾਈਨ ਦੀ ਔਰ ਬ੍ਰੇਨ ਦੀ ਕੋਆਰਡੀਨੇਸ਼ਨ ਬਹੁਤ ਜ਼ਰੂਰੀ ਹੈ। ਇਹਨਾਂ ਦੀ ਆਪਸੀ ਤਾਲਮੇਲ ਬਹੁਤ ਜ਼ਰੂਰੀ ਚਾਹੀਦਾ। ਤਾਲਮੇਲ ਨਹੀਂ ਸੈੱਟ ਹੁੰਦਾ ਫਿਰ ਇਹ ਪ੍ਰੋਬਲਮ ਵੱਧਦੀ ਜਾਂਦੀ ਹੈ। ਔਰ ਸਪਾਈਨ ਨਾਲੋਂ ਆਪਣੇ ਲਾਈਫ ਮੈਂ ਆਪਣੇ ਪੂਰੇ ਮਤਲਬ ਕੈਰੀਅਰ ਦੇ ਅੰਦਰ ਮੈਂ ਬੜੇ ਮਿਰਾਕਲ ਦੇਖੇ ਨੇ। ਮਿਰਾਕਲ ਕਹਿਣ ਦਾ ਮਤਲਬ ਆ ਬੜੇ ਚੰਬੀ ਚੀਜ਼ਾਂ ਦੇਖੀਆਂ ਨੇ। ਬਹੁਤ ਬੰਦਿਆਂ ਨੂੰ ਠੀਕ ਹੁੰਦੇ ਦੇਖਿਆ। ਕੋਈ ਆ ਕੇ ਇਹ ਵੀ ਕਹਿ ਦਿੰਦਾ, ਮੇਰੇ ਕੋਲ 2 ਸਾਲ ਦਾ ਬੱਚਾ ਆਇਆ ਸੀ, ਕਹਿੰਦੇ ਬੈਠ ਨਹੀਂ ਸਕਦੀ, ਤੁਰ ਨਹੀਂ ਸਕਦੀ, ਲੜਕੀ ਸੀ, ਕਹਿੰਦੇ ਬੈਠ ਨਹੀਂ ਸਕਦੀ, ਤੁਰ ਨਹੀਂ ਸਕਦੀ ਸੀ। ਇੱਕ ਕਰਨਾਲ ਤੋਂ ਆਏ ਸੀ। ਸਿਰਫ ਉਹਨਾਂ ਨੇ ਗਰਦਨ ਦਾ ਮੈਂ ਸੈਟਿੰਗ ਕੀਤੀ ਸੀ, ਸੈਟਿੰਗ ਕਰਕੇ ਬੱਚਾ ਸੀਗਾ ਉਹਦਾ, ਹੋਰ ਜ਼ਿਆਦਾ ਕੁਝ ਨਹੀਂ ਕਰ ਸਕਿਆ, ਸੈਟਿੰਗ ਕਰਕੇ ਤੋੜ ਦਿੱਤੀ। ਦੂਸਰੀ ਜਿਹੜੇ ਉਹ ਆਏ ਸੀ ਅੱਜ ਤੋਂ 7-8 ਦਿਨ ਪਹਿਲਾਂ ਆਏ ਸੀਗੇ, ਉਹ ਬਹੁਤ ਹੀ ਥੈਂਕਫੁਲ ਸੀਗੇ, ਬੜੇ ਖੁਸ਼ ਸੀਗੇ। ਕਹਿੰਦੇ ਗੁੜੀਆ ਹੁਣ ਬੈਠਣ ਲੱਗੀ ਹੈ, ਹੁਣ ਥੋੜ੍ਹੇ ਜਿਹੇ ਡਿੰਗ ਪੱਟਣ ਲੱਗੀ, ਤੁਰਨ ਦੀ ਕੋਸ਼ਿਸ਼ ਕਰ। ਕੀ ਦਿੱਕਤ ਕੀ ਸੀ ਉਹ ਕੇਸ ਦੇ ਵਿੱਚ? ਦੇਖੋ ਜੀ, ਜਿਹੜੀ ਇਹ ਹੁਣ ਇਹ ਸਾਰੀ ਕੁਛ ਆ ਜਾਂਦੀ ਹੈ। ਹੁਣ ਇਹ ਮੈਡੀਕਲ ਲਾਈਨ ਦੇ ਅੰਦਰ ਕੁਛ ਨਹੀਂ ਕਿਹਾ ਜਾ ਸਕਦਾ। ਜਦ ਡਿਲੀਵਰੀ ਹੁੰਦੀ ਆ ਉਹਨੇ ਵੇਲੇ ਕਿਸ ਹਾਲਾਤ 'ਚ ਹੁੰਦੀ ਹੈ, ਇਹ ਉਹਦੇ ਉੱਤੇ ਵੀ ਡਿਪੈਂਡ ਕਰਦਾ ਕਿ ਜਿਹੇ ਹਾਲਾਤ ਦੇ ਅੰਦਰ ਡਿਲੀਵਰੀ ਹੁੰਦੀ ਹੈ। ਤੋ ਉਹਦੇ ਉੱਤੇ ਬਹੁਤ ਕੁਝ ਡਿਪੈਂਡੈਂਟ ਹੈ। ਤੋ ਜੇ ਉਹ ਸਹੀ ਹੋ ਗਈ ਤਾਂ ਬਾਡੀ ਸਹੀ ਰਹਿੰਦੀ ਹੈ। ਜੇ ਕਿਤੇ ਧੱਕਾ ਹੋ ਗਿਆ, ਕਿਉਂਕਿ ਉਹਨਾਂ ਵੇਲੇ ਨਾਜ਼ੁਕ ਹੁੰਦੇ ਨੇ ਸਾਰੀਆਂ ਨਸਾਂ, ਅਤੇ ਸਾਡੀ ਰੀੜ੍ਹ ਦੀ ਹੱਡੀ ਬਹੁਤ ਨਾਜ਼ੁਕ ਹੁੰਦੀ ਹੈ। ਮਾੜੀ ਜਿਹੀ ਐਂ ਉਂਗਲੀ ਮਾਰਨ ਨਾਲ ਹੀ ਬਦਲਾਅ ਆ ਜਾਂਦਾ। ਮੇਰੀ ਗੁੜੀਆ ਹੈਗੀ ਆ ਆਈ ਥਿੰਕ 2-2.5 ਮਹੀਨੇ ਜਦ ਸੀਗੀ, ਉਹ ਗੁੜੀਆ ਲੈ ਕੇ ਆਈ, ਕਹਿੰਦੀ ਪਾਪਾ ਚੁੱਪ ਨਹੀਂ ਕਰਦੀ ਹੈਗੀ, ਇਹਨੂੰ ਚੁੱਪ ਕਰਾਓ, ਬਹੁਤ ਰੋਂਦੀ ਹੈ। ਕੁਛ ਨਹੀਂ, ਮੈਂ ਦੇਖਿਆ ਇਹਦੀ ਧਰਨ ਦੀ ਪ੍ਰੋਬਲਮ ਆਈ ਹੋਈ ਹੈ। ਐਡੀ ਬੱਚੀ ਦੀ ਬੱਚਿਆਂ ਦੇ ਵਿੱਚ ਵੀ ਹੋ ਜਾਂਦਾ ਧਰਨ ਦੀ ਪ੍ਰੋਬਲਮ ਆਈ, ਅਤੇ ਪੇਟ ਉਹਦਾ ਸਾਫ਼ ਨਹੀਂ ਹੋ ਰਿਹਾ ਸੀਗਾ, ਕਬਜੀ ਰਹਿਣ ਲੱਗੀ ਸੀ।
ਕੁਛ ਨਹੀਂ ਹੈ, ਮੈਂ ਬੜੇ ਪਿਆਰ ਨਾਲ ਉਹਨੂੰ ਆਪਣੇ ਗੋਦ 'ਚ ਲੈ ਕੇ ਉਹਦਾ ਜਿੱਥੇ ਪ੍ਰੋਬਲਮ ਸੀ ਦੱਬਿਆ, ਰੋਣਾ ਸ਼ੁਰੂ ਕੀਤਾ, ਉਹਨੂੰ ਹਲਕੇ ਜਿਹੇ ਹੱਥ ਨਾਲ ਟਿਕ ਕਲੀਅਰ ਹੋ ਗਈ। ਇਹਨੂੰ ਕਾਇਰੋ ਪ੍ਰੈਕਟਿਸ ਜਿਵੇਂ ਆਪਾਂ ਕਹਿ ਦਿੰਦੇ ਆ, ਇਹਨੂੰ ਜੇ ਆਪਾਂ ਹੋਰ ਥੋੜੀ ਸਰਲ ਭਾਸ਼ਾ 'ਚ ਜੇ ਸਮਝਾਉਣਾ ਹੋਵੇ, ਜੇ ਤੁਸੀਂ ਮੇਰੇ ਨਾਲ ਆਓ ਥੋੜਾ ਜਿਹਾ ਆਪਾਂ ਇੱਧਰ ਵੀ ਦਿਖਾਈਏ, ਇੱਥੋਂ ਜੇ ਦਰਸ਼ਕਾਂ ਨੂੰ ਥੋੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰੀਏ, ਤੁਸੀਂ ਜਿਵੇਂ ਆ ਮਾਡਲ ਲਾਇਆ ਹੋਇਆ, ਇੱਥੋਂ ਜੇ ਥੋੜਾ ਜਿਹਾ ਦੱਸੋ, ਫਿਰ ਆਪਾਂ ਤੁਹਾਡੇ ਮਰੀਜ਼ ਵੇਟ ਕਰ ਰਹੇ ਆ ਉਹਨਾਂ ਨਾਲ ਵੀ ਅਟੈਂਡ ਕਰਦੇ ਆ। ਕਾਇਰੋ ਪ੍ਰੈਕਟਿਸ ਜਿਹੜੀ ਹੈਗੀ ਆ, ਇਹ ਜਿਹੜੀ ਭਾਸ਼ਾ ਹੈ ਬਾਹਰੋਂ ਹੀ ਉਹਨਾਂ ਨੇ ਆਪਣਾ ਸੈੱਟ ਕੀਤਾ। ਬਾਕੀ ਨਾ ਮੈਂ ਬੇਟੇ ਤੋਂ ਤੁਹਾਨੂੰ ਡਿਟੇਲ ਦਵਾਉਂਗਾ ਇਹਦਾ, ਕਿਉਂਕਿ ਇਹਨੂੰ ਬਾਹਰਲੇ ਡਾਕਟਰ ਵੀ ਗਾਈਡ ਕਰਦੇ ਨੇ ਔਰ ਆਨਲਾਈਨ ਗਾਈਡ ਕਰਦੇ ਨੇ ਕਾਫੀ ਹੱਦ ਤੱਕ। ਬਿਲਕੁਲ ਆਪਾਂ ਉਹ ਵੀ ਐਲੈਬੋਰੇਟ ਕਰਾਂਗੇ ਉਹਨਾਂ ਨਾਲ। ਆਪਾਂ ਇੱਕ ਵਾਰ ਦੇਖ ਲਈਏ, ਆਂਟੀ ਵੇਟ ਕਰ ਰਹੇ ਨੇ ਕਿਉਂਕਿ ਅਸੀਂ ਇੰਟਰਵਿਊ ਲੈ ਰਹੇ ਹਾਂ ਤਾਂ ਬਾਹਰ ਵੀ ਬਹੁਤ। ਮੈਂ ਇੱਕ ਵਾਰ ਕਹੂੰਗਾ ਕੈਮਰਾਮੈਨ ਨੂੰ ਜੇ ਮੇਰਾ ਸਾਥੀ ਦਿਖਾਵੇ ਤਾਂ ਤੁਹਾਨੂੰ ਦਿਖਾਉਂਦੇ ਹਾਂ ਆਪਾਂ, ਲਾਈਵ ਸ਼ਾਟ ਆ ਇਹ। ਬਿਲਕੁਲ ਤੁਸੀਂ ਦੇਖੋ ਕਿ ਬਾਹਰ ਕਿੰਨੇ ਲੋਕ ਵੇਟ ਕਰ ਰਹੇ ਨੇ ਔਰ ਇਹੀ ਖੂਬਸੂਰਤੀ ਹੈ, ਜੇ ਕਿਸੇ ਨੂੰ ਫਰਕ ਪੈਂਦਾ ਤਾਂ ਲੋਕ ਵਿਜ਼ਿਟ ਕਰਦੇ ਆ ਔਰ ਬਹੁਤ ਵਧੀਆ ਗੱਲ ਆ ਇਹ। ਮਤਲਬ ਤੁਸੀਂ ਇਹਨਾਂ ਨਾਲ ਅਪਾਇੰਟਮੈਂਟ ਜਿਵੇਂ ਵੀ ਕਰਕੇ ਤਾਂ ਤੁਸੀਂ ਆ ਸਕਦੇ ਹੋ ਔਰ ਲਗਾਤਾਰ ਇੱਥੇ ਲੋਕ ਆ ਰਹੇ ਨੇ। ਤਾਂ ਹੁਣ ਪ੍ਰਦੀਪ ਜੀ ਦੇਖ ਰਹੇ ਨੇ, ਇਹ ਤੁਸੀਂ ਐਨਾਲਾਈਜ਼ ਕਰ ਰਹੇ ਹੋ, ਹੁਣ ਦਿੱਕਤ ਕੀ ਹੈ? ਹਾਂਜੀ, ਇਹ ਹੁਣ ਆਪਾਂ ਨੇ ਦੇਖੋ, ਬੇਟਾ ਜਦ ਤੋਂ ਮੇਰੇ ਨਾਲ ਆਇਆ, ਇਹਨੂੰ ਜਦ ਇੰਜੀਨੀਅਰਿੰਗ ਤੋਂ ਆਪਾਂ ਨੇ ਬੋਡੀ ਇੰਜੀਨੀਅਰ ਬਣਾਇਆ, ਫਿਰ ਇਹਨੇ ਆਪਣੀ ਸਟੱਡੀਜ਼ ਕੀਤੀਆਂ, ਬਾਹਰੋਂ ਡਾਕਟਰ ਵੀ ਇਹਨਾਂ ਨੂੰ ਬਹੁਤ ਅੱਛਾ ਸਪੋਰਟ ਦੇ ਰਹੇ ਨੇ। ਉਨ ਸਪੋਰਟ ਦੇ ਨਾਲ ਸਾਨੂੰ ਕਾਫੀ ਗੱਲਾਂ ਦਾ ਪਤਾ ਲੱਗਿਆ, ਸਾਨੂੰ ਖੁਲਾਸਾ ਹੋਇਆ ਕਿ ਇੱਕ ਬਾਡੀ ਦੀ ਓਰੀਜਨਲ ਅਲਾਈਨਮੈਂਟ ਕੀ ਹੋਣੀ ਚਾਹੀਦੀ ਹੈ ਔਰ ਇਸ ਓਰੀਜਨਲਿਟੀ ਦੇ ਅੰਦਰ ਕਿੱਥੇ ਖਰਾਬ ਹੋਈ ਹੈ ਸਾਨੂੰ ਪਤਾ ਲੱਗਿਆ। ਇਹ ਕੈਲਕੂਲੇਸ਼ਨਾਂ ਕਰਦੇ ਆ। ਕੈਲਕੂਲੇਸ਼ਨ 'ਚ ਜੋ ਆਪਾਂ ਨੇ ਦੇਖਿਆ ਕਿ 2 MD, ਇੱਥੇ 2 MD ਕਹਿੰਦੇ ਆਪਾਂ, ਇਹ 3 ਗੁਣਾ ਛੋਟੀ ਫੋਟੋ ਆ, ਇੱਕ ਇਨਸਾਨ ਦੀ 3 ਗੁਣਾ ਛੋਟੀ ਫੋਟੋ ਆਪਾਂ 3 ਗੁਣਾ ਕਰੀਏ ਤਾਂ 2 MD ਕਹਿਣ ਦਾ ਮਤਲਬ 2 mm 3 ਗੁਣਾ ਕਰ ਲਓ 6 mm ਇਹਨਾਂ ਦੀ ਲੱਤ ਇੱਕ ਪਾਸੇ ਦੀ ਰਾਈਟ ਸਾਈਡ ਦੀ ਛੋਟੀ ਹੈ। ਅੱਛਾ, ਠੀਕ ਹੈ, 6 mm ਕਹਿ ਲਓ। ਇਹਦੇ ਨਾਲ ਫਿਰ ਤੋਰ ਦੇ ਵਿੱਚ ਵੀ ਫਰਕ ਆ ਜਾਣਾ ਜੀ? ਨਹੀਂ, ਇੰਨਾ ਮਹਿਸੂਸ ਨਹੀਂ ਹੋਊ। ਅੱਛਾ, ਇੰਨਾ ਮਹਿਸੂਸ ਨਹੀਂ ਹੋਊ ਕਿਉਂਕਿ ਇਹ ਪੈਲਵਿਕ ਇਹਨਾਂ ਦਾ ਗਿਰੇ ਨੇ, ਜੋ ਹਾਲਾਤ ਦੱਸ ਰਹੇ ਨੇ ਗਿਰੇ ਹੋਏ ਨੇ, ਠੀਕ ਹੈ ਜੀ। ਗਿਰੇ ਹੋਏ ਨੇ ਤਾਂ ਇਹਨਾਂ ਦੇ ਐਕਸ-ਰੇ ਸਟੱਡੀ ਦੇ ਅੰਦਰ ਇਹੀ ਦੱਸ ਰਿਹਾ ਕਿ ਗਿਰੇ ਨੇ, ਝਟਕਾ ਲੱਗਿਆ ਇਹਨਾਂ ਨੂੰ ਗਰਦਨ ਦੇਖੋ ਇੱਕ ਪਾਸੇ ਨੂੰ ਟਿਲਟ ਹੋ ਗਈ ਹੈ, ਥੋੜਾ ਜਿਹਾ ਫਰਕ ਪੈ ਗਿਆ, ਟਿਲਟ ਹੋ ਗਈ ਹੈ, ਇੱਕ ਪਾਸੇ ਨੂੰ ਚਲੀ ਗਈ, ਰਾਈਟ ਵਾਲੇ ਪਾਸੇ ਨੂੰ ਚਲੀ ਗਈ। ਇਹ ਕੰਪਨਸੇਸ਼ਨ ਨੀਚੇ ਤੱਕ ਆਈ ਹੈ। ਇਹ ਐਕਸ-ਰੇ ਕਰਾ ਕੇ ਉਸ ਤੋਂ ਬਾਅਦ ਤੁਸੀਂ ਕਰਦੇ ਹੋ ਪੂਰਾ ਟੈਕਨੀਕਲੀ। ਆਪਾਂ ਜੀ ਹੁਣ ਦੇਖਦੇ ਹਾਂ ਚੂਲਾ ਕਿੰਨਾ ਘੁੰਮਿਆ ਹੈ, ਇਹ ਦੇਖਣਾ ਆਪਾਂ ਨੇ। ਪੈਲਵਿਕ ਕਿੰਨਾ ਘੁੰਮਿਆ ਹੈ, ਪੈਲਵਿਕ ਆਪਣਾ ਸੌਰੀ ਸੈਕਰਮ ਕਿੰਨਾ ਘੁੰਮਿਆ ਹੈ ਤੇ ਇਲੀਅਮ ਕਿੰਨੇ ਘੁੰਮੇ ਹੋਏ ਨੇ, ਬਾਕੀ ਫਿਊਮਰ ਹੈਡ ਦੇ। ਬਿਲਕੁਲ। ਤਾਂ ਇਹ ਆਏ ਹੋਏ ਨੇ ਜੀ ਪੇਸ਼ੈਂਟ ਇਹਨਾਂ ਦੇ ਕੋਲ, ਤਾਂ ਹੁਣ ਪ੍ਰਦੀਪ ਜੀ ਆਪ ਅਟੈਂਡ ਕਰਨਗੇ। ਜੀ ਜੀ। ਮੰਮੀ ਤੁਹਾਡੇ ਐ ਉੱਡ ਜਾਂਦੇ ਸੀ? ਭਾਰ ਪਾ ਕੇ ਉੱਡਦੇ ਸੀ। ਮੈਂ ਨੀਵੇਂ ਥਾਂ 'ਤੇ ਬਿਠਾਇਆ ਇਹਨਾਂ ਨੂੰ। ਸੌਖਾ ਉੱਠਿਆ। ਹੁਣ ਤੁਸੀਂ ਚੋਕੜੀ ਮਾਰ ਕੇ ਦੇਖਿਓ। ਜੇ ਤੁਸੀਂ ਐ ਬਹਿ ਗਏ, ਹੁਣ ਤੁਸੀਂ ਪੈਰਾਂ ਭਾਰ ਕੇ ਬਹਿ ਜਾਓ। ਫੜ ਲਓ, ਵੈਸੇ ਇਹਨੂੰ ਫੜ ਕੇ ਬੈਠੋ। ਤਰ੍ਹਾਂ ਬੜੀ ਭੀੜ ਹੁੰਦੀ, ਥੱਲੇ ਨਹੀਂ ਮੁੜਦੇ ਇੱਥੋਂ ਨਾ। ਪਿਛਲੇ ਪਾਸੇ ਭੀੜ ਹੋਈ ਹੈ। ਹਾਂ, ਪਿਛਲੇ ਬਸ ਠੀਕ ਹੈ, ਆ ਜਾਓ। ਹੋ ਗਿਆ ਬਸ, ਚੱਲ ਦਿਓ ਉੱਪਰ ਨੂੰ ਲੈ ਚਲੋ ਤਾਂ ਤੁਸੀਂ ਦੇਖ ਲਓ, ਬਿਲਕੁਲ ਇਹ ਜਦੋਂ ਆਂਟੀ ਜੀ ਆਏ ਸੀਗੇ ਤਾਂ ਕਿੰਨੀ ਦਿੱਕਤ ਸੀਗੀ ਔਰ ਇਹ ਬਿਲਕੁਲ ਸਾਡੇ ਦੇਖਦੇ ਚੀਜ਼ਾਂ ਦਾ ਫਰਕ ਪਿਆ ਔਰ ਪਤਾ ਨਹੀਂ ਕਿੱਦਾਂ ਪੈਂਦਾ, ਉਹ ਟੈਕਨੀਕਲੀ ਦੱਸ ਹੀ ਰਹੇ ਨੇ ਉਹ। ਪਰ ਬਹੁਤ ਇਹ ਮਤਲਬ ਹੈਰਾਨੀ ਵਾਲੀ ਗੱਲ ਹੈ, ਬਹੁਤ ਵਧੀਆ। ਮਤਲਬ ਚਲੋ ਜੇ ਕਿਸੇ ਨੂੰ ਇੱਦਾਂ ਰਿਜ਼ਲਟ ਮਿਲਦਾ ਤਾਂ ਬਹੁਤ ਇਹ ਵਧੀਆ ਗੱਲ ਆ। ਤਾਂ ਬਿਲਕੁਲ ਲਗਾਤਾਰ ਨੇ ਤੇ ਇੱਧਰ ਵੀ ਚੱਲ ਰਿਹਾ ਵਾ ਔਰ ਤੁਸੀਂ ਇਹ ਦੇਖ ਰਹੇ ਹੋ ਜੀ। ਆਹ ਦੇਖੋ, ਇਹ ਲੋਅਰ ਬੈਕ ਪੇਨ ਆ ਇਹਨਾਂ ਨੂੰ, ਇਹ ਭੈਣ ਨੂੰ ਲੋਅਰ ਬੈਕ ਪੇਨ ਆ ਤੇ ਆ ਹੁਣ ਦੇਖ ਰਹੇ ਨੇ ਭਾਜੀ। ਥੋੜਾ ਜਿਹਾ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਭਾਜੀ ਇਹ ਕੀ ਆ ਜੀ, ਇਹ ਕੀ ਇਕੁਇਪਮੈਂਟ ਆ ਜੀ? ਐਕਚੁਅਲੀ ਜੀ ਇਹ ਟੈਂਪਰੇਚਰ ਸੈਂਸਿਟਿਵ ਡਿਵਾਈਸ ਆ। ਅੱਛਾ। ਠੀਕ ਹੈ, ਟੈਂਪਰੇਚਰ ਡਿਟੈਕਟ ਕਰਦਾ ਕਿ ਕਿੱਧਰਲੀ ਸਾਈਡ ਤੇ ਪ੍ਰੈਸ਼ਰ ਆ। ਠੀਕ ਹੈ, ਜਿਸ ਸਾਈਡ ਤੇ ਪ੍ਰੈਸ਼ਰ ਹੋਊਗਾ, ਪੇਨ ਹੋਊਗੀ, ਇਹਨੇ ਰਿਐਕਟ ਕਰਨਾ। ਮਤਲਬ ਟੈਂਪਰੇਚਰ ਵੱਧ ਹੋਊਗਾ ਉਧਰ?
ਕਿਉਂਕਿ ਇਨਫਲੇਮੇਸ਼ਨ ਆ ਜਾਂਦੀ ਹੈ ਨਾ, ਸੋਜ ਆ ਜਾਊਗੀ ਤਾਂ ਉਹਨੇ ਰਿਐਕਟ ਕਰਨਾ। ਹੁਣ ਜਿਵੇਂ ਮੈਂ ਇੱਥੋਂ ਚਲਾ ਰਿਹਾ ਹੈ ਨਾ, ਮੈਂ ਸਪਾਈਨ ਦੇ ਰਾਊਂਡ ਚਲਾ ਰਿਹਾ ਤਾਂ ਇਹਨੇ ਰੀਡਿੰਗ ਚੱਕ ਲੈਣੀ ਆ। ਸੋ ਇਹਨਾਂ ਨੂੰ ਡੈਫੀਨੇਟਲੀ C1 ਦੇ ਕੋਲੇ ਕਿਤੇ ਨਾ ਕਿਤੇ ਕੋਈ ਦਿੱਕਤ ਆ। ਅੱਛਾ, ਮਤਲਬ ਇੱਧਰਲੇ ਪਾਸੇ ਹੈ। ਹਾਂਜੀ ਬਿਲਕੁਲ, ਇਹ ਤਾਂ ਪੂਰਾ ਚੈਪਟਰ ਆ ਸਰ। ਇਹ ਖਾਲੀ ਇੱਕ ਮਤਲਬ ਕਈਆਂ ਨੂੰ ਲੱਗਦਾ ਕਿ ਇਹ ਸਿੰਪਲ ਜਿਹਾ ਟੂਲ ਆ ਕਿ ਇਹਨੂੰ ਚਲਾਓ ਤੇ ਰੀਡਿੰਗ ਆ ਜਾਂਦੀ ਹੈ, ਇਦਾਂ ਨਹੀਂ। ਇਹਦਾ ਇੱਕ ਪੂਰਾ ਚੈਪਟਰ ਹੈ। ਚੈਪਟਰ ਦੇ ਅਕੋਰਡਿੰਗ ਇਹਦੀ ਡਿਟੇਲਿੰਗ ਬਹੁਤ ਆ ਵੀ ਕਿਵੇਂ ਕਿਵੇਂ ਰੀਡਿੰਗਾਂ ਲੈਣੀਆਂ ਨੇ। ਕੋਈ ਰੀਡਿੰਗਾਂ ਮਤਲਬ ਇਹ ਆ ਕਿ ਤੁਸੀਂ ਇਹਨੂੰ ਕਿਵੇਂ ਕਿਵੇਂ ਰਿਸਪੌਂਡ ਕਰਦੇ ਹੋ, ਉਹਨਾਂ ਰਿਜ਼ਲਟ ਦੇ ਦੇਣਾ ਇਹਨੇ। ਹਾਂ, ਕਿਵੇਂ ਇਹਦੇ ਤੇ ਸਾਰੀ ਕੈਲਕੂਲੇਸ਼ਨ ਬੇਸਡ ਹੁੰਦੀ ਹੈ, ਇਹਦੇ ਤੇ ਐਕਸਰੇ ਤੇ। ਠੀਕ ਹੈ, ਇਹ ਸਾਨੂੰ ਦੱਸ ਦਿੰਦਾ ਏਰੀਆ। ਐਕਸਰਾ ਸਾਨੂੰ ਡਿਫਾਈਨ ਕਰ ਦਿੰਦਾ ਕਿ ਉਹਦੀ ਮਿਸ ਅਲਾਈਨਮੈਂਟ ਦੀ ਰੋਟੇਸ਼ਨ ਕਿੱਧਰ ਨੂੰ ਆ। ਅੱਛਾ, ਠੀਕ ਹੈ, ਉਸ ਹਿਸਾਬ ਨਾਲ ਵਰਕ ਕਰਨਾ। ਇਹ ਸਿਰਫ ਇੱਕ ਆਪਾਂ ਨੂੰ ਹਿੰਟ ਪ੍ਰੋਵਾਈਡ ਕਰਦਾ, ਐਕੂਰੇਸੀ ਸਾਨੂੰ ਉੱਥੋਂ ਮਿਲਣੀ ਹੈ। ਕਿੰਨੀ ਕਿ ਦਰਦ ਆ ਤੁਹਾਨੂੰ? ਕਾਫੀ ਦਰਦ ਹੈ। ਅੱਛਾ, ਦਰਦ ਕਾਫੀ ਹੈ। ਲੋਅਰ ਬੈਕ ਦੇ ਵਿੱਚ ਦਰਦ ਆ? ਲੋਅਰ ਬੈਕ 'ਚ। ਅੱਛਾ, ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਬਠਿੰਡਾ। ਬਠਿੰਡੇ ਤੋਂ ਆਏ ਹੋ, ਠੀਕ ਹੈ। ਤੇ ਕੀ ਉਹ ਐਕਸਰੇ ਕੀ ਬੋਲਦਾ ਜੀ ਇਹਨਾਂ ਦਾ? ਐਕਸਰੇ ਦੇ ਵਿੱਚ ਇਹਨਾਂ ਦੇ ਕਰਵ ਵੀ ਹੈਗਾ ਜੀ। ਠੀਕ ਹੈ, ਤੁਸੀਂ ਦੇਖ ਆ ਜਗ੍ਹਾ ਤੇ ਹੈਗਾ। ਮੈਨੂੰ ਲੱਗਦਾ ਕਿ ਆਮ ਬੰਦੇ ਨੂੰ ਵੀ ਪਤਾ ਲੱਗਦਾ ਕਿ ਥੋੜਾ ਜਿਹਾ ਇੱਥੇ ਬੈਂਡ ਹੈਗਾ। ਹਾਂਜੀ, ਐਕਚੁਅਲ ਕੀ ਆ ਨਾ, ਕਾਫੀ ਜਿਹੜੇ ਕਰਵ ਆ ਨਾ ਉਹ ਹੈਲਦੀ ਵੀ ਹੁੰਦੀ ਆ, ਕੋਈ ਇਹੋ ਜਿਹੀ ਗੱਲ ਨਹੀਂ। ਬਾਈ ਬਰਥ ਜਿਹੜੀ ਅਸਕੋਲੋਸਿਸ ਹੁੰਦੀ ਆ ਉਹ ਕੋਈ ਨੁਕਸਾਨ ਨਹੀਂ ਕਰਦੀ ਬੰਦੇ ਨੂੰ। ਮਤਲਬ ਹੁਣ ਕਈਆਂ ਦੇ ਮਾਈਂਡ 'ਚ ਇਹ ਆ ਗਿਆ ਹੋਊਗਾ ਕਿ ਆਹ ਕਰਵ ਹੋਣ ਕਰਕੇ ਹੀ ਇਹਨਾਂ ਨੂੰ ਪ੍ਰੋਬਲਮ ਆ। ਨਹੀਂ, ਪ੍ਰੋਬਲਮ ਉਦੋਂ ਆਉਂਦੀ ਆ ਜਦੋਂ ਡਿਸਕ ਤੇ ਪ੍ਰੈਸ਼ਰ ਬਣਦਾ ਹੈ। ਅੱਛਾ, ਠੀਕ ਹੈ। ਅਗਰ ਇਹ ਕਰਵ ਇਹਨਾਂ ਦਾ ਬਾਅਦ 'ਚ ਬਣਿਆ ਹੋਵੇ, ਠੀਕ ਹੈ, ਕਿਸੇ ਹਾਦਸੇ ਕਰਕੇ, ਫਿਰ ਆਪਾਂ ਆਹ ਜਿਹੜਾ ਬੈਂਡ ਆ ਇਹਨੂੰ ਰਿਕਵਰ ਕਰ ਸਕਦੇ ਆ। ਹੁਣ ਅਗਰ ਇਹ ਬਾਈ ਬਰਥ ਆ, ਇਹ ਸਾਨੂੰ ਰੀਡਿੰਗਾਂ ਤੋਂ ਪਤਾ ਲੱਗ ਜਾਂਦਾ। ਐਕਚੁਅਲ 'ਚ ਮੇਰੀਆਂ ਇੱਥੇ ਰੀਡਿੰਗਾਂ ਹੀ ਉਸ ਹਿਸਾਬ ਦੀਆਂ ਨੇ, ਜੇ ਮੈਂ ਆਪਣੀ ਰੀਡਿੰਗਾਂ ਕੈਲਕੂਲੇਸ਼ਨ ਜੋ ਅਸੀਂ ਕਰਦੇ ਆ। ਹੁਣ ਅਗਰ ਮੈਂ ਆਪਣੀ ਰੀਡਿੰਗਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੂੰਗਾ ਤਾਂ ਮੈਂ ਬੈਂਡ ਨੂੰ ਇਨਕਰੀਜ਼ ਕਰ ਦੂੰਗਾ। ਸੋ ਸਾਨੂੰ ਇੱਥੇ ਕਲੀਅਰਲੀ ਪਤਾ ਲੱਗ ਜਾਂਦਾ ਕਿ ਇਹ ਇਨਸਾਨ ਦਾ ਬੈਂਡ ਬਾਈ ਬਰਥ ਤੋਂ ਆ। ਠੀਕ ਆ, ਪਰ ਇਹਨਾਂ ਨੂੰ ਲੋਅਰ ਬੈਕ ਪੇਨ ਅਬ ਕਰਵ ਕਰਕੇ ਨਹੀਂ ਹੈ, ਉਹ ਸਿਰਫ ਨਰਵ ਪ੍ਰੈਸ਼ਰ ਕਰਕੇ। ਅੱਛਾ, ਬੈਂਡ ਇਹਨਾਂ ਦਾ ਬਾਈ ਬਰਥ ਆ ਇਹ? ਬਾਈ ਬੈਂਡ, ਅੱਛਾ, ਬਿਲਕੁਲ ਜੀ। ਠੀਕ ਹੈ, ਸੋ ਆਪਾਂ ਨੂੰ ਇਹਦੇ ਤੇ ਵਰਕ ਕਰਨ ਦੀ ਨਹੀਂ ਜ਼ਰੂਰਤ। ਆਪਾਂ ਇੱਥੇ ਸਪਾਈਨ ਸਟ੍ਰੇਟ ਨਹੀਂ ਕਰਨੀ, ਆਪਣਾ ਫਰਜ਼ ਸਿਰਫ ਇੰਨਾ ਕੀ ਆ। ਅੱਛਾ, ਫਿਰ ਇਹ ਚੀਜ਼ ਕਿਵੇਂ ਪਤਾ ਲੱਗਦੀ ਹੈ ਕਿ ਬਾਈ ਬਰਥ ਆ ਜਾਂ ਕਿਤੇ ਸੱਟ? ਕੈਲਕੂਲੇਸ਼ਨਾਂ ਨੇ। ਅੱਛਾ, ਕਿ ਮਤਲਬ ਸੱਟ ਨਾਲ, ਜੇ ਸੱਟ ਨਾਲ ਹੁੰਦਾ ਫਿਰ ਲੱਗ ਜਾਣਾ ਹੀ ਪਤਾ। ਬਿਲਕੁਲ ਲੱਗ ਜਾਂਦਾ, ਕਿਉਂਕਿ ਰੀਡਿੰਗ ਹੀ ਉਸ ਹਿਸਾਬ ਦੀ ਹੁੰਦੀ ਆ। ਅੱਛਾ, ਇਹ ਹੈਗਾ ਬਾਈ ਬਰਥ ਤੇ ਇਹ ਤਕਲੀਫ ਨਹੀਂ ਦੇ ਰਿਹਾ, ਗੱਲ ਕਿਸੇ ਕੋਈ ਹੋਰ। ਗੱਲ ਪੇਨ ਸਿਰਫ ਨਰਵ ਪ੍ਰੈਸ਼ਰ ਦੀ ਹੁੰਦੀ ਹੈ ਜੀ। ਅੱਛਾ। ਜਦੋਂ ਡਿਸਕ ਦੇ ਉੱਤੇ ਪ੍ਰੈਸ਼ਰ ਬਣ ਜਾਂਦਾ ਉਹਨੇ ਪੇਨ ਦੇਣੀ ਆ। ਠੀਕ ਹੈ ਜੀ, ਕੁਝ ਸਟਰਕਚਰਲ ਹੁੰਦੇ ਨੇ, ਕੁਝ ਫੰਕਸ਼ਨਲ ਬੈਂਡ ਹੁੰਦੇ ਨੇ। ਸੋ ਆਪਾਂ ਇਹੀ ਦੇਖਣਾ ਹੁੰਦਾ ਵੀ ਕਿਹਦੇ ਤੇ ਆਪਾਂ ਕੰਮ ਕਰਨਾ। ਚਲੋ ਆਪਾਂ ਦੇਖਦੇ ਹਾਂ ਕਿ ਕਿੱਦਾਂ ਕਰ ਰਹੇ ਨੇ, ਕਿਉਂਕਿ ਇਹਨੂੰ ਦਿਖਾਉਣ ਦਾ ਇਹੀ ਮਕਸਦ ਆ ਕਿ ਜੇ ਕਿਸੇ ਨੂੰ ਫਾਇਦਾ ਹੋ ਜਾਵੇ। ਕਿਉਂਕਿ ਬਿਲਕੁਲ ਜਦੋਂ ਖਾਸ ਤੌਰ ਤੇ ਕੋਈ ਪਿੱਠ ਨਾਲ ਰਿਲੇਟਡ ਪ੍ਰੋਬਲਮ ਹੋਵੇ ਜਾਂ ਧੌਣ ਨਾਲ ਹੋਵੇ ਤਾਂ ਬਹੁਤ ਤਕਲੀਫ ਦੇ ਹੁੰਦੀ ਹੈ। ਇਹ ਚੀਜ਼ਾਂ ਸਭ ਨੇ ਮਹਿਸੂਸ ਕਦੇ ਨਾ ਕਦੇ ਕੀਤੀਆਂ ਹੋਣਗੀਆਂ। ਆਪਣੇ ਕੋਲ ਇੱਥੇ ਕੋਈ ਤੁੱਕੇ ਵਾਲਾ ਕੋਈ ਕੰਮ ਨਹੀਂ। ਅਸੀਂ 100% ਰੀਡਿੰਗਾਂ ਦੇ ਹਿਸਾਬ ਨਾਲ, ਐਕੂਰੇਸੀ ਦੇ ਨਾਲ ਚੱਲਦੇ ਹਾਂ, ਸਪੈਸੀਫਿਕ ਹੋ ਕੇ ਚੱਲਦੇ ਹਾਂ। ਅਸੀਂ ਸਿਸਟਮ ਨੂੰ ਮਤਲਬ ਇਹ ਆਪਾਂ ਇਹਨੂੰ ਹੋਰ ਜਟਕਾ ਭਾਸ਼ਾ 'ਚ ਕਹਿ ਲਈ, ਕੋਈ ਬਖਸ਼ ਵਾਲਾ ਕੰਮ ਨਹੀਂ ਹੈਗਾ। ਇਹ ਸਾਰੀ ਤਕਨੀਕ ਆ। ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਮੈਂ ਆਪ ਦੇਖਿਆ ਵਾ, ਲਿਖਿਆ ਹੁੰਦਾ ਕਾਇਰੋ ਪ੍ਰੈਕਟਿਸ ਬਹੁਤ ਉਹ ਕਰਦੇ ਵੀ ਨੇ, ਉਹ ਲੋਕੀ ਅਜ਼ਮਾਉਂਦੇ ਵੀ ਨੇ। ਆਪਣੇ ਕੋਲ ਇਦਾਂ ਦਾ ਕੋਈ ਬਖਸ਼ ਵਾਲਾ ਸਿਸਟਮ ਨਹੀਂ। ਪ੍ਰੋਪਰ ਆਪਾਂ ਇਹਦੀ ਜਿਹੜੀ ਐਨਾਲਿਸਿਸ ਕਰਦੇ ਆ, ਪੜ੍ਹਦੇ ਆ ਇਹਨਾਂ ਚੀਜ਼ਾਂ ਨੂੰ, ਤੇ ਉਸ ਹਿਸਾਬ ਨਾਲ ਹੀ ਆਪਾਂ ਇੰਪਲੀਮੈਂਟ ਕਰਦੇ ਆ। ਅਸੀਂ ਗੌਨਸਟੇਡ ਸਿਸਟਮ ਨੂੰ ਫੋਲੋ ਕਰਦੇ ਆ। ਮੈਨੂੰ ਲੱਗਦਾ ਕਿ ਐਤਕੀ ਚੀਜ਼ਾਂ ਵੀ ਬਹੁਤ ਨਵੀਆਂ ਨੇ। ਜਦੋਂ ਆਪਾਂ ਪਹਿਲਾਂ ਕੀਤੀ ਸੀ ਇੱਕ ਵਾਰ ਔਰ ਬਹੁਤ ਲੋਕਾਂ ਨੇ ਵੀ ਪਸੰਦ ਕੀਤੀ ਸੀ, ਉਦੋਂ ਮੈਨੂੰ ਲੱਗਦਾ ਕਿ ਤੁਸੀਂ ਹੁਣ ਤਾਂ ਚੀਜ਼ਾਂ ਹੀ ਬਹੁਤ ਨੇ ਤੁਹਾਡੇ ਕੋਲ ਨਵੀਆਂ। ਕਾਫੀ ਅਪਡੇਟ ਹੁੰਦੇ ਰਹਿੰਦੇ ਆ। ਬਾਹਰਲੇ ਕਾਇਰੋਪ੍ਰੈਕਟਰਾਂ ਦੇ ਕੰਟੈਕਟ ਦੇ ਵਿੱਚ ਹੈਗੇ ਆ, ਉਹ ਗਾਈਡ ਕਰਦੇ ਨੇ ਕਿੱਦਾਂ ਕੀ ਕਰਨਾ। ਠੀਕ ਆ, ਤੇ ਅਸੀਂ ਫਿਰ ਉਸ ਹਿਸਾਬ ਨਾਲ ਇਕਵਿਪਮੈਂਟਸ ਵੀ ਆ, ਜਿਹੜਾ ਤੁਸੀਂ ਟੂਲ ਦੇਖਿਆ ਸੀ, ਮੈਂ ਚੈੱਕ ਕਰ ਰਿਹਾ ਸੀ, ਇਹ ਸਾਰੇ USA ਤੇ ਮੰਗਾਏ ਹੋਏ। ਚਲੋ ਆਪਾਂ ਦੇਖਦੇ ਹਾਂ ਕਿ ਕਿੱਦਾਂ ਹੁਣ ਹੋ ਰਿਹਾ। ਤਾਂ ਤੁਸੀਂ ਦੇਖ ਲਓ ਜੀ, ਲੋਅਰ ਬੈਕ ਦੇ ਵਿੱਚ ਪ੍ਰੋਬਲਮ ਆ ਔਰ ਹੁਣ ਕਰ ਰਹੇ ਨੇ। ਠੀਕ ਆ, ਇੱਕ ਆਪਾਂ C1 ਇਹਨਾਂ ਦਾ ਫਾਈਂਡ ਆਊਟ ਕੀਤਾ ਸੀ ਤੇ ਇੱਕ ਇਹਨਾਂ ਦਾ ਤਕਰੀਬਨ L5 ਸੀਗਾ, ਤੇ ਆ ਜਗ੍ਹਾ ਤੇ ਇਹਨਾਂ ਨੂੰ ਪੇਨ ਆ, ਸ਼ਾਰਪ ਪੇਨ ਆ। ਠੀਕ ਆ, ਆਓ ਲੋਅਰ ਬੈਕ ਦੀ ਪ੍ਰੋਬਲਮ ਆ ਤੇ ਹੁਣ ਇਹ ਹੀਲਿੰਗ ਦੀ ਪ੍ਰੋਸੈਸ ਆ ਜੀ ਇਹ ਸਾਰੀ। ਬਿਲਕੁਲ ਠੀਕ ਹੈ, ਮਤਲਬ ਐਂਗਲ ਨਾ ਖਰਾਬ ਹੋਵੇ ਉਹਦਾ। ਇਹ ਵੀ ਫਿਰ ਸਪੈਸ਼ਲ ਤਿਆਰ ਕਰਾਈ ਗਈ ਹੈ? ਬਿਲਕੁਲ ਜੀ, ਸਪੈਸ਼ਲ ਤਿਆਰ ਆ ਜੀ। ਇਹ ਜਿਹੜੇ ਹੁਣ ਆਵਾਜ਼ ਆਈ ਆ, ਇਹ ਅਲਾਈਨਮੈਂਟ ਠੀਕ ਹੋਈ ਹੈ ਇਹਦੇ ਵਿੱਚ ਵੀ ਕੁਝ? ਦੇਖੋ, ਜਿਹੜੀ ਆਵਾਜ਼ ਹੁੰਦੀ ਆ ਨਾ, ਇਹ ਆਪਣੇ ਜੁਆਇੰਟਸ ਦੇ ਵਿੱਚ ਗੈਸਸ ਹੁੰਦੀਆਂ ਨੇ, ਆਕਸੀਜਨ, ਨਾਈਟ੍ਰੋਜਨ, ਕਾਰਬਨ ਡਾਈਆਕਸਾਈਡ। ਜਦ ਆਪਾਂ ਸਡਨਲੀ ਕਿਸੇ ਚੀਜ਼ ਨੂੰ ਜਰਕ ਮਾਰਦੇ ਆ ਨਾ, ਤਾਂ ਉਹ ਜੁਆਇੰਟ ਵਿੱਚੋਂ ਗੈਸ ਰਿਲੀਜ਼ ਹੁੰਦੀ ਆ। ਬਿਲਕੁਲ, ਉਹ ਪੌਪ ਸਾਊਂਡ ਆ। ਐਕਚੁਅਲੀ ਇਹ ਹਰਟ ਨਹੀਂ ਕਰਦੀ ਬੰਦੇ ਨੂੰ। ਜਿਵੇਂ ਤੁਸੀਂ ਹੁਣ ਇੱਥੋਂ ਪਟਾਕਾ ਪਾ ਲੈਂਦੇ ਹੋ, ਹਨਾ, ਇਹ ਹਰਟ ਨਹੀਂ ਨਾ ਕਰਦਾ, ਉਵੇਂ ਇਹ ਵੀ ਹਰਟ ਨਹੀਂ ਕਰਦਾ। ਆਪਣਾ ਸਿਸਟਮ ਕੀ ਆ ਨਾ, ਇਹ ਜੈਂਟਲ ਸਿਸਟਮ ਆ।
ਠੀਕ ਹੈ, ਇਹ ਚੀਜ਼ ਹੈ, ਕੋਈ ਹਾਰਸ਼ ਨਹੀਂ, ਕੁਛ ਨਹੀਂ। ਅੱਛਾ, ਹੁਣ ਜਿਵੇਂ ਇਹ ਤੁਸੀਂ ਜਿਵੇਂ ਕਹਿ ਲਓ ਕਿ ਇਹਨੂੰ ਸੈੱਟ ਕੀਤਾ ਜੋ ਵੀ ਜਿਵੇਂ ਵੀ, ਤੇ ਇਹਦੇ ਨਾਲ ਕੁਝ ਫਰਕ ਪਿਆ ਹੋਊਗਾ ਉਸ ਚੀਜ਼ ਦਾ ਵੀ? ਰੀਡਿੰਗ 'ਚ ਫਰਕ ਆ ਜਾਣਾ, ਰੀਡਿੰਗਾਂ ਖਤਮ ਹੋ ਜਾਂਦੀਆਂ ਨੇ, ਅੱਛਾ, ਫਰਕ ਪਿਆ ਹੋਊਗਾ। ਰੀਡਿੰਗ ਜ਼ੀਰੋ ਹੋ ਜਾਂਦੀ ਹੁੰਦੀ ਹੈ। ਜੇ ਤੁਸੀਂ ਸਹੀ ਤਰੀਕੇ ਨਾਲ ਕਰਤੀ ਤਾਂ ਰੀਡਿੰਗ ਖਤਮ ਹੋ ਜਾਏਗੀ, ਜ਼ੀਰੋ ਹੋ ਜਾਏਗੀ। ਠੀਕ ਹੈ, ਤੇ ਆਪਾਂ ਹੁਣ cross check ਕਰਦੇ ਹੁੰਦੇ। ਠੀਕ ਹੈ, ਨੈਕਸਟ ਇਹਦੇ ਕੀ ਹੁਣ ਪ੍ਰੋਸੈਸ ਚੱਲੂਗੀ? ਨੈਕਸਟ ਅੱਗੇ ਜਿਹੜਾ ਆਪਾਂ ਹੋਰ ਜਿਹੜੇ ਫਾਈਂਡ ਕੀਤੇ ਨੇ ਉਹਦੇ ਇਹ ਰਿਲੀਫ ਆ ਜਿਹੜਾ, ਇਹ ਹੁਣੇ ਹੀ ਪਤਾ ਲੱਗੂਗਾ ਕੁਝ ਹਲਕਾ ਫੁਲਕਾ, ਮਤਲਬ ਬਾਡੀ ਟੂ ਬਾਡੀ ਵੇਰੀ ਵੀ ਕਰਦਾ ਹੋਊਗਾ? ਬਿਲਕੁਲ, ਹਰੇਕ ਨੂੰ ਆਪੋ ਆਪਣਾ ਸਿਸਟਮ ਆ। ਠੀਕ ਹੈ, ਮੈਂ ਤੁਹਾਨੂੰ ਇਹੀ ਚੀਜ਼ ਦੱਸੀ ਹੈ ਕਿ ਕਾਇਰੋਪ੍ਰੈਕਟਿਕ ਇਨਸਟੈਂਟ ਰਿਲੀਫ ਦੇਣ ਲਈ ਨਹੀਂ ਹੈ, ਇਨਸਟੈਂਟ ਬਾਡੀ ਨੂੰ ਹੀਲ ਕਰਨ ਵਾਸਤੇ ਆ। ਬਹੁਤ ਲੋਕ ਇਸ ਚੀਜ਼ ਨੂੰ ਗਲਤ ਤਰੀਕੇ ਨਾਲ ਸਮਝਦੇ ਆ, ਪੜਾਕੇ ਪਾਉਣ ਵਾਲੀ ਥਿਊਰੀ ਹੈ ਜਾਂ ਕੀ ਹੈ, ਇਦਾਂ ਦਾ ਕੁਝ ਨਹੀਂ। ਠੀਕ ਹੈ, ਇਹ ਬਾਡੀ ਦਾ ਇੱਕ ਨੈਚੁਰਲ ਹੀਲਿੰਗ ਪ੍ਰੋਸੈਸ ਆ। ਆਪਾਂ ਜੋ ਚੀਜ਼ ਪ੍ਰੈਸ਼ਰ ਦੇ ਰਹੀ ਆ ਉਹ ਖਤਮ ਕਰ ਰਹੇ ਆ ਬਸ। ਠੀਕ ਹੈ, ਬਾਕੀ ਕੁਦਰਤ ਹੀ ਬਾਡੀ ਨਾਲ ਹੈਲਪ ਕਰਕੇ ਵਰਕ ਕਰਦੀ ਹੈ ਅੱਗੇ। ਠੀਕ ਹੈ, ਅੱਛਾ, ਮੈਂ ਇੱਕ ਚੀਜ਼ ਹੋਰ ਦੱਸਦਾ। ਕਈ ਵਾਰ ਲੋਕ ਇਤਰਾਜ਼ ਕਰਦੇ ਨੇ ਕਿ ਸਾਨੂੰ ਵੇਟਿੰਗ ਬਹੁਤ ਕਰਨੀ ਪੈਂਦੀ ਹੈ। ਤੁਸੀਂ ਇਹ ਦੇਖੋ ਕਿ ਮਤਲਬ ਅੱਧਾ ਘੰਟਾ, ਮੈਨੂੰ ਲੱਗਦਾ ਘੰਟਾ ਵੀ ਲੱਗ ਜਾਂਦਾ ਕਈ ਪੇਸ਼ੈਂਟਸ ਦੇ ਉੱਤੇ। ਕਰਦਾ ਜੀ, ਡਿਪੈਂਡ ਕਰਦਾ, ਲੱਗ ਵੀ ਜਾਂਦਾ, ਕੋਈ ਬੜੀ ਗੱਲ ਨਹੀਂ ਜੀ। ਨਹੀਂ ਤਾਂ ਅੱਧਾ ਪੌਣਾ ਘੰਟਾ ਤਾਂ ਨਾਰਮਲ ਜੀ ਗੱਲ ਆ, ਅੱਛਾ, ਲੱਗ ਹੀ ਜਾਂਦਾ, ਕਿਉਂਕਿ ਬੰਦੇ ਦੀ ਕੰਪਲੇਂਟ ਸੁਣਨੀ ਆ, ਉਸ ਤੋਂ ਬਾਅਦ ਉਹਨੂੰ ਐਨਾਲਿਸਿਸ ਕਰਨਾ, ਚੈੱਕ ਕਰਨਾ, ਸੈਟੀਸਫਾਈ ਕਰਨਾ। ਕਈ ਹਾਂ ਬਿਲਕੁਲ ਸਵਾਲ ਬਹੁਤ ਹੁੰਦੇ ਨੇ ਮੈਨੂੰ ਲੱਗਦਾ ਹਰ ਕਿਸੇ ਦੇ। ਅੱਧਾ ਪੌਣਾ ਘੰਟਾ ਈਜ਼ੀਲੀ ਆ, ਬਾਕੀ ਕੇਸ ਟੂ ਕੇਸ ਡਿਪੈਂਡ ਕਰਦਾ। ਬਿਲਕੁਲ। ਤਾਂ ਬਿਲਕੁਲ ਜੀ, ਇਹ ਦੇਖੋ ਤੁਸੀਂ, ਇਹ ਲੋਅਰ ਬੈਕ ਪੇਨ ਦਾ ਹੱਲ ਹੋ ਰਿਹਾ ਜੀ ਇੱਥੇ ਦੀਪ ਕਾਇਰੋਪ੍ਰੈਕਟਰ ਦੇ ਉੱਤੇ। ਤਾਂ ਇਹ ਉਸ ਪ੍ਰੋਸੀਜਰ ਸਾਰੇ ਤੋਂ ਬਾਅਦ ਹੁਣ ਦੁਬਾਰਾ ਚੈੱਕ ਕਰਨ ਲੱਗੇ ਹੋ? ਦੇਖੋ ਫਰਕ ਦੇਖ ਰਹੇ ਹਾਂ ਵੀ ਹਲੇ ਕੋਈ ਕਮੀ ਪੇਸ਼ੀ ਰਹਿੰਦੀ ਤਾਂ ਨਹੀਂ ਹੈ ਕੁਝ। ਜੇ ਕੁਝ ਕਰਨ ਵਾਲਾ ਰਹਿੰਦਾ ਤਾਂ ਆਪਾਂ ਫਰਦਰ ਉਹਦੇ ਤੇ ਵਰਕ ਕਰੀਏ। ਹੁਣ ਜਿਵੇਂ ਪਹਿਲਾਂ ਨਾਲੋਂ ਰੀਡਿੰਗ ਜਿਹੜੀ ਆ ਮੇਰੀ ਲੈਸ ਹੋ ਗਈ ਆ। ਪਹਿਲਾਂ ਜੇ ਤੁਸੀਂ ਨੋਟਿਸ ਕੀਤਾ ਹੋਊਗਾ ਕਾਫੀ ਜ਼ਿਆਦਾ ਰਿਫਲੈਕਟ ਕਰ ਰਿਹਾ ਸੀ ਰਾਈਟ ਸਾਈਡ ਨੂੰ, ਤੇ ਹੁਣ ਘੱਟ ਆ। ਹੁਣ ਘਾਟਾ ਮਤਲਬ ਹੈਗਾ, ਪਰ ਅਜੇ ਵੀ ਥੋੜਾ ਜਿਹਾ ਪ੍ਰੈਸ਼ਰ ਘਟ ਗਿਆ, ਕਿਉਂਕਿ ਹਰੇਕ ਐਡਜਸਟਮੈਂਟ 'ਚ ਆਪਾਂ ਕੁਝ ਕੁ mm ਦੀ ਮੂਵਮੈਂਟ ਦੇ ਸਕਦੇ ਹਾਂ। ਇੱਕੋ ਵਾਰੀ ਪੂਰਾ ਉਹਨੂੰ ਆਪਣੀ ਜਗ੍ਹਾ ਤੇ ਲੈ ਕੇ ਨਹੀਂ ਜਾ ਸਕਦੇ, ਡਿਪੈਂਡ ਕਰਦਾ ਕੇਸ ਕਿੰਨਾ ਕੁ ਪੁਰਾਣਾ। ਜਿੰਨਾ ਪੁਰਾਣਾ ਹੁੰਦਾ ਉਨੀ ਜ਼ਿਆਦਾ ਉਹਦੀ ਰੋਂਗ ਪੋਜੀਸ਼ਨ 'ਚ ਪਕੜ ਬਣੀ ਹੁੰਦੀ ਹੈ। ਸੋ ਕੇਸ ਟੂ ਕੇਸ ਡਿਪੈਂਡ ਕਰਦਾ। ਬਹੁਤ ਜਣਿਆਂ ਦਾ ਪਹਿਲੀ ਵਾਰੀ ਕਲੀਅਰ ਹੋ ਜਾਂਦਾ, ਕਈਆਂ ਨੂੰ 2-4 ਹੁਣ ਜਿਵੇਂ ਤੁਹਾਨੂੰ ਲੱਗਦਾ ਕਿ ਇਹ ਹੁਣ ਮੈਂ ਫਰਦਰ ਇੱਕ ਅੱਧਾ ਸ਼ਾਟ ਹੋਰ ਦੇ ਸਕਦਾ, ਇਹ ਤੇ ਵਰਕ ਠੀਕ ਕਰ ਹੈ, ਸਕਦਾ। ਮਤਲਬ ਇੱਕ ਲਿਮਿਟੇਸ਼ਨ ਹੁੰਦੀ ਹੈ, ਨਹੀਂ ਕਿ ਜਿੰਨਾ ਮਰਜ਼ੀ? ਉਹ ਨਹੀਂ ਹੈ। ਅੱਛਾ, ਮੈਂ ਵੱਧ ਤੋਂ ਵੱਧ ਇੱਕ ਅਟੈਂਪਟ ਹੋਰ ਲੈ ਸਕਦਾ, ਹੋਰ ਨਹੀਂ ਮੈਂ ਲਊਂਗਾ। ਜੇ ਰੀਡਿੰਗ ਖਤਮ ਹੋ ਗਈ ਠੀਕ ਹੈ, ਨਹੀਂ ਫਿਰ ਵਿਜ਼ਿਟ ਨੈਕਸਟ ਹੁੰਦੀ ਹੈ। ਅੱਛਾ, ਪਰ ਉਹ ਹੀਲ ਕਰਨ ਲੱਗ ਜਾਂਦਾ। ਅੱਛਾ, ਤੁਹਾਨੂੰ ਲੱਗਦਾ ਜੀ ਥੋੜਾ ਜਿਹਾ ਫਰਕ ਲੱਗਿਆ ਕੁਝ? ਹਾਂਜੀ। ਕਿ ਕਿਤੇ ਮਤਲਬ ਕਿਸ ਸੈਂਸ 'ਚ ਫਰਕ ਲੱਗਿਆ? ਮਤਲਬ ਤੁਰਨ ਵੇਲੇ ਪੇਨ ਆਉਂਦਾ ਸੀ ਜਾਂ ਗਰਦਨ ਘੁਮਾਉਣ ਲੱਗੇ ਪੇਨ ਆਉਂਦਾ ਸੀ ਤੁਹਾਨੂੰ? ਜਦੋਂ ਗਰਦਨ ਨੂੰ ਸਟ੍ਰੈਚ ਕਰਦੇ ਸੀ ਉਹ ਤੋਂ ਬਾਅਦ ਜ਼ਿਆਦਾ ਪੇਨ ਹੁੰਦਾ ਸੀਗਾ। ਔਰ ਹੁਣ ਲੱਗਦਾ ਫਰਕ? ਹੈਗਾ ਹੁਣ ਥੋੜਾ ਜਿਹਾ। ਅੱਛਾ, ਹਾਂਜੀ। ਇਹ ਫਿਰ ਉਹੀ ਆ, ਰੀਡਿੰਗ ਜਿਵੇਂ ਠੀਕ ਆਈ ਹੈ ਤਾਂ ਫਰਕ ਪੈ ਗਿਆ। ਜੇ ਰੀਡਿੰਗ ਜ਼ੀਰੋ ਹੋ ਜੂ, ਇਹਨਾਂ ਨੂੰ ਲੱਗੂਗਾ ਕਿ ਮੈਂ ਬਿਲਕੁਲ ਠੀਕ ਆ। ਅੱਛਾ, ਹਾਂ, ਇਨਸਟੈਂਟ ਉਹਨਾਂ ਨੂੰ ਫੀਲ ਹੋਣਾ ਸ਼ੁਰੂ। ਉਹੀ ਜਿਵੇਂ ਤੁਸੀਂ ਕਿਹਾ ਕਿ ਤੁੱਕਾ ਕੋਈ ਨਹੀਂ, ਉਹਦੇ ਹਿਸਾਬ ਦੇ ਨਾਲ ਤੁਸੀਂ ਦੇਖਿਆ ਕਿ ਜਿਵੇਂ ਤੁਸੀਂ ਵੀ ਦਾਵਾ ਨਹੀਂ ਕੀਤਾ ਕਿ 100% ਠੀਕ ਹੋਇਆ, ਤੁਹਾਨੂੰ ਵੀ ਲੱਗਦਾ ਹਾਂ? ਬਿਲਕੁਲ। ਦੇਖੋ, ਇਹ 'ਚ ਝੂਠ ਬੋਲਣ ਵਾਲੀ ਕੋਈ ਗੱਲ ਨਹੀਂ। ਠੀਕ ਹੈ, ਬੰਦਾ ਸਾਡੇ ਕੋਲ ਇੱਕ ਆਸ ਲੈ ਕੇ ਆਇਆ, ਆਪਣਾ ਕੰਮ ਆ ਕਿ ਉਹਨੂੰ ਆਪਾਂ ਕਵਰ ਕਰਨਾ। ਠੀਕ ਹੈ, ਵਿਜ਼ਿਟਸ ਲੱਗਦੀਆਂ ਨੇ, ਮੈਂ ਇਹ ਨਹੀਂ ਕਹਿੰਦਾ। ਬਹੁਤ ਜਣੇ ਪਹਿਲੀ ਵਾਰੀ 'ਚ ਹੋ ਜਾਂਦੇ ਨੇ, ਦੂਜੀ ਵਾਰੀ 'ਚ ਹੋ ਜਾਂਦੇ ਨੇ, ਕਈਆਂ ਦੇ ਮੇਰੇ ਕੋਲ 6-7 ਵਿਜ਼ਿਟਸ ਵੀ ਹੁੰਦੀਆਂ ਨੇ। ਕੋਈ ਇਹੋ ਜਿਹੀ ਗੱਲ ਨਹੀਂ, ਕੇਸ ਦੇ ਉੱਤੇ ਡਿਪੈਂਡ ਕਰਦਾ ਕਿ ਕੇਸ ਕਿੰਨਾ ਕ੍ਰਿਟੀਕਲ ਆ। ਠੀਕ ਹੈ, ਹੁਣ ਜੇ ਕਿਸੇ ਦਾ ਹੈ ਹੀ ਸਰਜਰੀ ਵਾਲਾ ਕੇਸ, ਚੂਲੇ ਵਿੰਗੇ ਹੋਏ ਨੇ, ਜਿਹੜੇ ਮਾਤਾ ਜੀ ਆਪਾਂ ਨੂੰ ਪਹਿਲਾਂ ਮਿਲੇ ਵੀ ਸੀ, ਇੱਕ ਤੁਹਾਨੂੰ ਜੇ ਧਿਆਨ 'ਚ ਹੋਏਗਾ। ਠੀਕ ਹੈ, ਹੁਣ ਉਹਨਾਂ ਦੀ 5ਵੀਂ ਵਿਜ਼ਿਟ ਸੀਗੀ। ਠੀਕ ਹੈ, ਲੰਘ ਜਿਹੜੇ ਸ਼ੁਰੂਆਤ ਦੇ ਵਿੱਚ ਆਪਾਂ ਆਏ ਸੀਗੇ, ਉਹ ਲੰਘ ਮਾਰਦੇ ਸੀ। 5ਵੀਂ ਵਿਜ਼ਿਟ ਸੀ ਉਹਨਾਂ ਦੀ ਮੇਰੇ ਨਾਲ। ਠੀਕ ਹੈ, ਤੁਹਾਡੇ ਸਾਹਮਣੇ ਬੋਲ ਕੇ ਗਏ ਨੇ। ਟਾਈਮ ਲੱਗਦਾ ਕਈਆਂ ਨੂੰ। ਹੁਣ ਜਿਨ੍ਹਾਂ ਦੀ ਪ੍ਰੋਬਲਮ ਹੀ ਇੰਨੀਆਂ ਪੁਰਾਣੀਆਂ ਨੇ, ਆਪਾਂ ਇੱਕ ਵਾਰੀ 'ਚ ਤਾਂ ਇਹ ਤਾਂ ਹੈ ਨਹੀਂ ਕਿ ਫੜ ਕੇ ਘੁਮਾ ਦਾਂਗੇ। ਬੋਡੀ ਹੌਲੀ ਆਪਣੀ ਜਗ੍ਹਾ ਬਣਾਉਂਦੀ ਆ। ਟਾਈਮ ਲੱਗਦਾ ਇਹਨਾਂ ਚੀਜ਼ਾਂ ਨੂੰ ਰਿਕਵਰ ਹੋਣ ਨੂੰ। ਕੇਸ ਦੇ ਉੱਤੇ ਡਿਪੈਂਡ ਆ ਜੀ। ਮਤਲਬ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਇਹਨਾਂ ਦੀ ਨੈਕ ਪੇਨ ਆ ਤੇ ਬਾਕੀ ਤੁਸੀਂ ਦੇ ਲਓ ਇਹਨਾਂ ਨੂੰ ਇੱਕ ਸ਼ਾਟ, ਔਰ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ 100% ਭੈਣ ਠੀਕ ਹੋ ਜੂਗੀ। ਇਹ ਹਲਕਾ ਫੁਲਕਾ ਕਹਿੰਦੇ ਜਿਹੜਾ ਰਹਿ ਗਿਆ ਵਾ, ਤਾਂ ਹੁਣ ਦੁਬਾਰਾ ਇੱਕ ਹੋਰ ਉਹਨਾਂ ਨੂੰ ਦੇ ਰਿਹਾ, ਕਿਉਂਕਿ ਕਹਿੰਦੇ ਕਿ ਇੱਕ ਲਿਮਿਟੇਸ਼ਨ ਹੁੰਦੀ ਆ, ਬਹੁਤ ਜ਼ਿਆਦਾ ਵੀ ਨਹੀਂ ਕਰ ਸਕਦੇ, ਫਿਰ ਨੈਕਸਟ ਵਿਜ਼ਿਟ ਤੇ ਹੁੰਦਾ ਵਾ। ਪਰ ਪਹਿਲੀ ਵਿਜ਼ਿਟ ਦੇ ਵਿੱਚ ਕਾਫੀ ਹੱਦ ਤੱਕ ਚੀਜ਼ਾਂ ਦਾ ਫਰਕ ਪੈ ਜਾਂਦਾ। ਮਲਟੀਪਲ ਅਟੈਂਪਟਸ ਵੀ ਨਹੀਂ ਦੇ ਸਕਦੇ ਤਾਂ ਕਿ ਹੋਰ ਐਵੇਂ ਆਪਾਂ ਪ੍ਰੋਬਲਮ ਖੜੀ ਨਾ ਕਰਦੀ, ਕਿਉਂਕਿ ਬਾਰ-ਬਾਰ ਇੱਕੋ ਹੀ ਚੀਜ਼ ਨੂੰ ਮਾਰੀ ਜਾਓਗੇ, ਸਵੈਲਿੰਗ ਆ ਜਾਊਗੀ ਉੱਥੇ। ਠੀਕ ਹੈ, ਸੋ ਤਾਂ ਇਹ ਦੁਬਾਰਾ ਹੁਣ ਚੈੱਕ ਕਰ ਰਿਹਾ ਜੀ। ਫਰਕ ਮੈਨੂੰ ਲੱਗਦਾ ਕਿ ਹੋਰ ਪੈ ਗਿਆ ਫਰਕ, ਹੈ ਨਾ? ਰੀਡਿੰਗ 'ਚ ਫਰਕ ਪੈ ਗਿਆ। ਦੇਖੋ ਨਾ ਤੁਹਾਡੇ ਸਾਹਮਣੇ ਆ ਰੀਡਿੰਗ, ਆਲਮੋਸਟ ਆਪਾਂ ਨੀਅਰ ਅਬਾਊਟ 0 ਦੇ ਕੋਲ ਜਿਹੀ ਆ ਗਏ ਆ। ਠੀਕ ਹੈ, ਪਹਿਲਾਂ ਨਾਲੋਂ ਵੀ। ਸੋ ਇਹੀ ਡਿਫਰੈਂਸ ਹੁੰਦਾ ਜੀ ਕਿ ਹਰੇਕ ਚੀਜ਼ ਨੂੰ ਟਾਈਮ ਲੱਗਦਾ। ਹੁਣ ਇਹਨਾਂ ਦਾ ਕ੍ਰੋਨਿਕ ਇਸ਼ੂ ਹੋਏਗਾ,
ਪੁਰਾਣੀ ਹੋਊਗੀ। ਪੁਰਾਣਾ ਪ੍ਰੋਬਲਮ ਹੈ ਇਹਨਾਂ ਨੂੰ, ਠੀਕ ਆ, ਉਹ ਹੌਲੀ ਹੌਲੀ ਰਿਕਵਰ ਹੋਣ। ਅੱਛਾ, ਕਿੰਨੀ ਕੁ ਦੇਰ ਹੋਊਗੀ ਤੁਹਾਨੂੰ ਇਸ ਚੀਜ਼ ਦੇ ਨਾਲ? 2 to 3 ਇਅਰਸ ਹੋ ਗਏ। ਪਹਿਲੇ ਦਿਖਾਇਆ ਬਹੁਤ ਹੋਣਾ ਤੁਸੀਂ। ਹਾਂਜੀ, ਬਹੁਤ ਜਗ੍ਹਾ ਦਿਖਾਇਆ। ਤੇ ਇਹ ਹੁਣ ਮਤਲਬ ਕਿੱਦਾਂ ਮਹਿਸੂਸ ਕਰ ਰਹੇ ਹੋ? ਕਿਵੇਂ ਜਦੋਂ ਤੁਰ ਕੇ ਆਏ ਸੀਗੇ ਇੱਥੇ ਉਦੋਂ ਦਰਦ ਸੀਗੀ ਗਰਦਨ ਦੇ ਵਿੱਚ ਸੀਗੀ ਜਿਵੇਂ ਖੱਬੇ ਸੱਜੇ ਆਪਾਂ ਦੇਖਦੇ ਹਾਂ? ਨਹੀਂ, ਬੈਕ 'ਚ ਜ਼ਿਆਦਾ ਸੀ। ਮਤਲਬ ਹਾਂਜੀ ਹਾਂਜੀ। ਹੁਣ ਆਹ ਮਣਕੇ ਦਾ ਸੀ ਬਣਦਾ ਲੋਅਰ, ਐਕਚੁਅਲੀ ਨੈਕ ਦਾ ਲੋਅਰ ਬੈਕ ਨਾਲ ਬੜਾ ਰਿਲੇਸ਼ਨ ਹੈ ਜੀ, ਠੀਕ ਹੈ। ਬਹੁਤ ਲੋਕ ਸਾਡੇ ਕੋਲ ਇੱਥੇ ਆਉਂਦੇ ਨੇ, ਸਾਨੂੰ ਲੋਅਰ ਬੈਕ ਪੇਨ ਆ, ਤੇ ਅਸੀਂ ਇੱਥੇ ਬੜੇ ਮਿਰਾਕਲ ਦੇਖੇ ਨੇ ਕਿ ਅਸੀਂ ਲੋਅਰ ਬੈਕ ਕਈ ਵਾਰੀ ਛੇੜਦੇ ਵੀ ਨਹੀਂ, ਸਿਰਫ ਨੈਕ ਤੋਂ ਹੀ ਅਸੀਂ ਕਵਰ ਕਰ ਲੈਂਦੇ ਹਾਂ। ਕਿਉਂਕਿ ਆਪਸ ਦੇ ਵਿੱਚ ਕਨੈਕਸ਼ਨ ਕਨੈਕਸ਼ਨ ਆ। ਆਹ ਮੀਟਰ ਬਹੁਤ ਹੈਲਪ ਕਰਦਾ ਜੀ ਅੱਛਾ ਲੱਭਣ ਦੇ ਵਿੱਚ, ਕਿਉਂਕਿ ਮੇਨ ਕੀ ਹੈ ਨਾ, ਜਿਹੜਾ ਕਨੈਕਸ਼ਨ ਆ ਤੁਰਨਾ ਇੱਥੋਂ ਆ, ਮਿਸਅਲਾਈਨਮੈਂਟ ਉੱਥੋਂ ਆਉਣੀ ਆ ਨੀਚੋਂ, ਕਨੈਕਸ਼ਨ ਸਾਰੇ ਇੱਥੋਂ ਬ੍ਰੇਨ ਤੋਂ ਹੀ ਜਾਣੇ ਨੇ। ਜੇ ਉੱਪਰ ਹੀ ਕੋਈ ਬਲੋਕੇਜ ਆ ਗਈ, ਠੀਕ ਹੈ, ਤਾਂ ਬੰਦੇ ਨੂੰ ਪੇਨ ਆ ਜਾਣੀ ਆ। ਮਤਲਬ ਸਾਡੇ ਨਾਲ ਇਹੋ ਜਿਹੇ ਬਹੁਤ ਐਕਸਪੀਰੀਅੰਸ ਨੇ, ਬੰਦਾ ਗੋਡੇ ਦੀ ਪੇਨ ਲਈ ਆਇਆ, ਅਸੀਂ ਕਈ ਵਾਰੀ ਗੋਡਾ ਛੇੜਦੇ ਨਹੀਂ, ਸਿਰਫ ਨੈਕ ਦੀ ਐਡਜਸਟਮੈਂਟ ਨਾਲ ਉਹਦੀ ਪੇਨ ਖਤਮ ਹੋ ਜਾਂਦੀ ਹੈ, ਤੇ ਸਾਹਮਣੇ ਵਾਲੇ ਬੰਦੇ ਨੂੰ ਯਕੀਨ ਨਹੀਂ ਹੋ ਰਿਹਾ ਹੁੰਦਾ ਵੀ ਇਹ ਕਿਵੇਂ ਹੋ ਗਿਆ। ਇਹ 'ਚ ਕੋਈ ਬਖਸ਼ ਵਾਲੀ ਗੱਲ ਨਹੀਂ ਜੀ, ਸਾਰੀ ਟੈਕਨੀਕਲ ਆ, ਸਾਰਾ ਪ੍ਰੈਕਟੀਕਲ ਆ, ਕੁਛ ਨਹੀਂ। ਪਰ ਇਹ ਟੈਕਨੀਕ ਜਾਂ ਕਹਿ ਲਓ ਕਿ ਜਿਹੜੀ ਇਹ ਤੁਹਾਡੀ ਇਹ ਥਿਊਰੀ ਆ, ਪ੍ਰੈਕਟਿਸ ਹੈ, ਇਹ ਆਪਣੇ ਅਜੇ ਪੰਜਾਬ ਦੇ ਵਿੱਚ ਮੈਂ ਕਹਿੰਦਾ ਘੱਟ ਆ ਬਹੁਤ, ਹੈ ਨਾ? ਹੁਣ ਤਾਂ ਲਾਗੇ ਨੇ ਜੀ, ਕਾਫੀ ਦੇਖ ਲੱਗੇ ਨੇ ਬਹੁਤ ਜਾਣੇ। ਪਰ ਇੱਕ ਚੀਜ਼ ਬਾਈ ਜੀ ਇਹ ਵੀ ਆ ਕਿ ਮਤਲਬ ਮੈਨੂੰ ਲੱਗਦਾ ਕਿ ਬਹੁਤ ਜਿਹਨੂੰ ਨੌਲੇਜ ਹੋਵੇ ਉੱਤੇ ਹੀ ਹੋਣੀ ਚਾਹੀਦੀ ਹੈ, ਕਿਉਂਕਿ ਇਹਦੇ ਵਿੱਚ ਰਿਸਕ ਵੀ ਬਹੁਤ ਆ। ਇੱਥੇ ਰੈਂਡਮ ਕਰੈਕਿੰਗ ਬਹੁਤ ਆ, ਰੈਂਡਮ ਕਰੈਕਿੰਗ ਬਹੁਤ ਆ। ਇੱਧਰ ਨੂੰ ਘੁਮਾ ਦਿਓ, ਉੱਧਰ ਨੂੰ ਘੁਮਾ ਦਿਓ। ਦੇਖੋ, ਸੈਲਫ ਮੈਨੂਪੂਲੇਸ਼ਨ ਜਿਹੜੇ ਆਪ ਪੜਾਕੇ ਪਾਉਣੇ ਆ, ਜਾਂ ਕੋਈ ਕੱਚਾ ਬੰਦਾ ਇੱਧਰ ਉੱਧਰ ਪਟਾਕੇ ਪਾ ਰਿਹਾ, ਉਹਨੂੰ ਐਡਜਸਟਮੈਂਟ ਨਹੀਂ ਕਹਿੰਦੇ। ਐਡਜਸਟਮੈਂਟ ਹੁੰਦਾ ਕਿ ਜਿੱਥੇ ਆਪਾਂ ਨੂੰ ਲੋੜ ਹੈ ਆਪਾਂ ਉੱਥੇ ਵਰਕ ਕਰਨਾ। ਹੁਣ ਜੇ 10 ਜਣੇ ਇੱਕ ਲਾਈਨ 'ਚ ਖੜੇ ਨੇ, ਮੈਂ ਤੁਹਾਨੂੰ ਕਹਾਂ ਭਾਜੀ ਨੂੰ ਲਾਈਨ 'ਚ ਲੈ ਕੇ ਆਓ, ਤੁਸੀਂ ਕਹੋਗੇ ਪਹਿਲੀ ਲਾਈਨ 'ਚ ਨੇ ਕਿ ਮੈਂ ਕਿੱਥੇ ਲੈ ਕੇ ਜਾਵਾਂ। ਸੋ ਗੱਲ ਇਹ ਆ ਕਿ ਉਹਨਾਂ 10 'ਚ ਜਿਹੜਾ ਆਊਟ ਆ, ਸਾਡਾ ਫਰਜ਼ ਉਹਨੂੰ ਇਨ ਕਰਨ ਦਾ, ਨਾ ਕਿ ਅਸੀਂ ਬਾਕੀ 10 ਨੂੰ ਖੜਕਾ ਦਈਏ, ਠੀਕ ਆ ਨਾ? ਸੋ ਆਪਾਂ ਜੇ ਕੋਈ ਚੀਜ਼ ਆਲਰੇਡੀ ਆਪਣੀ ਜਗ੍ਹਾ 'ਤੇ ਬੈਠੀ ਆ, ਫਿਰ ਵੀ ਤੁਸੀਂ ਉਹਨੂੰ ਧੱਕਾ ਮਾਰੋਗੇ, ਤੁਸੀਂ ਉਹਨੂੰ ਲਾਈਨ 'ਚੋਂ ਬਾਹਰ ਹੀ ਲੈ ਕੇ ਜਾ ਰਹੇ ਹੋ। ਜਿਹੜਾ ਆਊਟ ਆ ਉਹਨੂੰ ਇਨ ਕਰੋ, ਉਹ ਸਾਡਾ ਕੰਮ ਹੈ, ਠੀਕ ਹੈ ਨਾ? ਮੇਨ ਚੀਜ਼ ਉਹ 'ਤੇ ਹੁੰਦੀ ਆ। ਤੇ ਬਿਲਕੁਲ ਇਹ ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਫਰਕ ਪੈ ਗਿਆ ਹੋਊਗਾ। ਅੱਛਾ, ਥੋੜਾ ਜਿਹਾ ਤੁਹਾਡੇ ਤੋਂ ਮੈਂ ਟੈਕਨੀਕਲੀ ਚੀਜ਼ਾਂ ਸਮਝਣੀ ਚਾਹੂੰਗਾ। ਜੇ ਤੁਸੀਂ ਥੋੜਾ ਜਿਹਾ ਆਪਾਂ ਦੇਖੀਏ, ਜੇ ਤੁਸੀਂ ਇੱਥੋਂ ਸਮਝਾਓ, ਜੇ ਥੋੜਾ ਜਿਹਾ ਲੋਕਾਂ ਨੂੰ ਹੋਰ, ਕਿਉਂਕਿ ਆਪਣਾ ਮਕਸਦ ਇਹੀ ਹੈ ਕਿ ਬਿਲਕੁਲ ਇੱਕ ਆਮ ਪਿੰਡਾਂ ਤੱਕ ਆਪਣੀ ਚੀਜ਼ ਪਹੁੰਚੇ। ਜਿਹੜੀ ਇਹਦੇ ਤੇ ਤੁਹਾਨੂੰ ਜ਼ਿਆਦਾ ਬੈਟਰ ਸਮਝ ਆਏਗੀ, ਉਹ ਇੱਕ ਸਿਰਫ ਸਕੈਲਟਨ ਸਿਸਟਮ ਆ ਹੱਡੀਆਂ ਦੇ ਨਾਮ ਵਾਸਤੇ, ਤਾਂ ਕਿ ਲੋਕਾਂ ਨੂੰ ਪਤਾ ਹੋਵੇ ਵੀ ਹੱਡੀਆਂ ਕੀ ਨੇ, ਅਸੀਂ ਤਾਂ ਹੀ ਲਾਈਆਂ ਹੋਈਆਂ ਨੇ। ਮੇਨ ਕੰਮ ਆ ਕਿ ਕਰਵ ਦੇ ਉੱਤੇ ਜਿਸ ਟਾਈਮ ਤੁਹਾਡੇ ਪੋਸਚਰ ਦੇ ਕਰਵ ਖਰਾਬ ਹੋਣੇ ਸ਼ੁਰੂ ਹੋ ਗਏ, ਠੀਕ ਆ, ਸਮਝ ਲਓ ਤੁਹਾਨੂੰ ਉਸ ਦਿਨ ਪੇਨ ਆਉਣੀਆਂ ਸਟਾਰਟ ਹੋ ਗਈਆਂ। ਇਹ ਖਰਾਬ ਹੋਣ ਦਾ ਮੇਨ ਕਾਰਨ ਕੀ ਆ? ਆਪਣਾ ਬੈਠਣ ਦਾ ਪੋਸਚਰ, ਰੋਂਗ ਸਿਟਿੰਗ, ਰੋਂਗ ਸਲੀਪਿੰਗ ਪੋਸਚਰ, ਠੀਕ ਆ, ਗਲਤ ਹੈ। ਥੋੜਾ ਜਿਹਾ ਸਮਝਾਓ ਕਿ ਸਭ ਤੋਂ ਬੈਸਟ ਪੋਸਚਰ ਕਿਹੜਾ ਵਾ ਬਹਿਣ ਦਾ, ਜੇ ਥੋੜਾ ਦੱਸੋ। ਬਹਿਣਾ ਤਾਂ ਤੁਸੀਂ ਹਮੇਸ਼ਾ ਪਿੱਛੇ ਸਪੋਰਟ ਲੈ ਕੇ ਬੈਠੋ। ਅੱਜ ਕੱਲ੍ਹ ਚੇਅਰਸ ਆਉਂਦੀਆਂ ਨੇ, ਵਧੀਆ ਚੇਅਰਸ ਆਉਂਦੀਆਂ ਨੇ, ਠੀਕ ਆ, ਸਪੋਰਟ ਲੈ ਕੇ ਬੈਠੋ। ਆਹ ਕਰਵ ਨਹੀਂ ਲੂਜ਼ ਹੋਣੀ ਚਾਹੀਦੀ। ਨਹੀਂ ਤਾਂ ਆਮ ਤੌਰ ਤੇ ਕਹਿੰਦੇ ਨੇ ਕਿ ਸਿੱਧੇ ਬੈਠੋ, ਸਿੱਧੀ ਪਿੱਠ ਕਰਕੇ। ਬਿਲਕੁਲ ਸਿੱਧੀ ਪਿੱਠ ਤਾਂ ਦੇਖੋ ਤੁਹਾਨੂੰ ਲੱਗਦੀ ਸਿੱਧੀ ਹੁੰਦੀ ਆ, ਪਰ ਨੇਚਰਲੀ ਕਰਵ ਤਾਂ ਕੁਦਰਤ ਵੱਲੋਂ ਤਾਂ ਹੈਗਾ ਹੀ ਆ। ਤੁਸੀਂ ਗਲਤ ਬਹਿ ਕੇ ਕਰਵ ਖਰਾਬ ਕਰ ਲੈਂਦੇ ਆ। ਕੋਈ ਵੀ ਇਨਸਾਨ ਕਰਵ ਖਰਾਬ ਕਰ ਲੈਂਦਾ। ਹੁਣ ਕਈਆਂ ਜਿਵੇਂ ਪੱਗ ਬੰਨ੍ਹਦੇ, ਕਈਆਂ ਨੂੰ ਆਦਤ ਹੀ ਆਏ ਹੁੰਦੀ ਹੈ ਗਰਦਨ ਰੱਖਣ ਦੀ, ਸੋ ਪੋਸਚਰ ਖਰਾਬ ਹੀ ਕਰ ਰਿਹਾ, ਜਾਣ ਕੇ ਕਰ ਰਿਹਾ, ਚਾਹੇ ਅਨਇੰਟੈਂਸ਼ਨਲੀ ਕਰ ਰਿਹਾ, ਪਰ ਖਰਾਬ ਕਰ ਰਿਹਾ ਪ੍ਰੈਕਟੀਕਲੀ ਉਹ। ਸੋ ਇਹ ਚੀਜ਼ਾਂ ਨੇ ਆਪਣਾ ਧਿਆਨ ਆਪ ਰੱਖਣਾ। ਇੱਕ ਮੈਂ ਪ੍ਰਦੀਪ ਜੀ ਨੇ ਵੀ ਦੱਸਿਆ, ਡਾਕਟਰ ਸਾਹਿਬ ਨੇ, ਕਿ ਮਤਲਬ ਉਲਟੇ ਨਹੀਂ ਸੌਣਾ, ਕਿਉਂਕਿ ਬਹੁਤ ਲੋਕਾਂ ਨੂੰ ਆਦਤ ਆ, ਮੈਨੂੰ ਲੱਗਦਾ ਕਿ ਤਕਰੀਬਨ ਸਾਰੇ ਹੁੰਦੇ ਨੇ, ਮਤਲਬ ਉਲਟੇ ਸੌਂਦੇ, ਨੀਂਦ ਨਹੀਂ ਕਈਆਂ ਨਾਲ ਸੌਂਦੇ ਹੋ ਨਾ ਤੁਸੀਂ, ਨੈਕ ਨੂੰ ਜਾਂ ਤਾਂ ਇੱਧਰ ਰੱਖੋਗੇ ਜਾਂ ਇੱਧਰ ਰੱਖੋਗੇ। ਹੁਣ ਜ਼ਿਆਦਾਤਰ ਨੈਕ ਤੁਹਾਡੀ ਅਗਰ ਇੱਦਾਂ ਜਾਂ ਇੱਦਾਂ ਰਹੂਗੀ ਤਾਂ ਉਹ 'ਚ ਕਰਵ ਆਉਣੀ ਸ਼ੁਰੂ ਹੋ ਜਾਂਦੀ ਆ। ਅਸੀਂ ਇੱਥੇ ਬਹੁਤ ਕੇਸ ਦੇਖਦੇ ਹਾਂ। ਸੌਣ ਦਾ ਫਿਰ ਸਭ ਤੋਂ ਸਹੀ ਤਰੀਕਾ ਕੀ ਹੈ? ਸਿੱਧੇ ਜਾਂ ਸਾਈਡ ਨੂੰ ਕਰਵਟ ਲੈ ਕੇ, ਤੇ ਪਿੱਲੋ ਗੋਡਿਆਂ ਦੇ ਵਿੱਚ ਫਸਾ ਲਓ, ਕੋਈ ਵੀ ਛੋਟਾ ਪਿੱਲੋ। ਆਪਾਂ ਇੱਕ ਵਾਰ ਜੇ ਦਿਖਾ ਸਕਦੇ ਹਾਂ ਬੈਸਟ ਪੋਸਚਰ ਕਿਹੜਾ? ਜੇ ਆਪਾਂ ਤੁਸੀਂ ਦਿਖਾ ਦਿਓ, ਮੈਨੂੰ ਲੱਗਦਾ ਕਿ ਇਹ ਚੀਜ਼ ਬਹੁਤ ਜ਼ਰੂਰੀ ਹੈ। ਤਾਂ ਤੁਸੀਂ ਇਹ ਚੀਜ਼ ਨੋਟ ਕਰ ਲਓ, ਇਹਨੂੰ ਸਕਰੀਨਸ਼ਾਟ ਮਾਰ ਕੇ ਰੱਖ ਲਓ ਕਿ ਸਭ ਤੋਂ ਸਹੀ ਤਰੀਕਾ ਸੌਣ ਦਾ ਕੀ ਆ, ਕਿਉਂਕਿ ਰੋਜ਼ ਦੀ ਰੋਜ਼ ਆਪਣੀ ਜ਼ਿੰਦਗੀ ਦੀ ਚੀਜ਼ ਆ ਔਰ ਤਕਲੀਫ ਦੇ ਬਣ ਜਾਂਦੀ ਹੈ ਜੇ ਗਲਤ ਹੋਵੇ। ਨੈਕ ਪਿੱਲੋ ਦੀ ਹਾਈਟ ਵਧੀਆ ਲੈ ਲਓ, ਪਿੱਲੋ ਇੰਨਾ ਕੁ ਰੱਖੋ ਕਿ ਆਹ ਜਿਹੜਾ ਗੈਪ ਆ ਸਹੀ ਹੋਣਾ ਚਾਹੀਦਾ। ਡਾਕਟਰ ਤਾਂ ਵੈਸੇ ਕਹਿੰਦੇ ਜੀ ਪਿੱਲੋ ਲੈ ਕੇ ਨਾ ਸੌਂ ਜੇ ਦਰਦ ਹੋ ਰਹੀ ਹੈ। ਹੁਣ ਆਪਾਂ ਉਸ ਚੀਜ਼ ਦੇ ਉੱਤੇ ਕੋਈ ਸਟੇਟਮੈਂਟ ਨਹੀਂ ਦੇਣੀ, ਠੀਕ ਆ। ਹਰੇਕ ਦਾ ਆਪਣਾ ਆਪਣਾ ਤਰਕ ਹੈ ਜੀ, ਠੀਕ ਹੈ। ਹੁਣ ਆਪਾਂ ਜਦੋਂ ਐਂ ਸੌਂ ਰਹੇ ਹਾਂ, ਮਤਲਬ ਤੁਸੀਂ ਮਜਬੂਰ ਨਹੀਂ ਹੋਣੇ ਚਾਹੀਦੇ ਕਿ ਅਗਰ ਤੁਸੀਂ ਪਿੱਲੋ ਨਹੀਂ ਲਓਗੇ ਨਾ, ਤੁਸੀਂ ਮਜਬੂਰ ਹੋਵੋਗੇ ਕਿ ਤੁਸੀਂ ਆਪਣੀ ਬਾਂਹ ਇਹਦੇ ਵਿੱਚ ਰੱਖੋ, ਬਾਂਹ ਦਾ ਯੂਜ਼ ਹੋਊਗਾ, ਠੀਕ ਆ। ਤੇ ਜਦੋਂ ਲੌਂਗ ਟਾਈਮ ਲਈ ਬਾਂਹ ਦਾ ਯੂਜ਼ ਹੋਊਗਾ ਤਾਂ ਡੈਫੀਨਿਟਲੀ ਬਾਂਹ ਤੇ ਪ੍ਰੈਸ਼ਰ ਪੈਣਾ ਹੀ ਪੈਣਾ। ਇਹ ਤਰੀਕਾ ਗਲਤ ਆ। ਇਹ ਬਿਲਕੁਲ, ਇਹ ਤੁਸੀਂ ਦੇਖ ਸਕਦੇ ਹੋ ਜੀ, ਜੇ ਬਾਂਹ ਆਪਾਂ ਰੱਖ ਕੇ ਸੌਂਦੇ ਆ ਸਿਰ ਥੱਲੇ, ਬਹੁਤ ਲੋਕਾਂ ਨੂੰ ਆਦਤ ਹੁੰਦੀ ਆ, ਤਾਂ ਉਹ ਗਲਤ ਆ ਜੀ। ਲੌਜੀਕਲੀ ਤਾਂ ਇਹ ਆ ਕਿ ਜਦ ਤੁਸੀਂ ਇਦਾਂ ਸੌਂ ਰਹੇ ਹੋ, ਇਹ ਵੀ ਚਲੋ ਹਾਰਡ ਆ, ਆਪਣਾ ਘਰੇ ਸੌਫਟ ਹੋਊਗਾ, ਠੀਕ ਆ, ਕਿ ਤੁਹਾਡੀ ਬਾਂਹ ਫ੍ਰੀ ਹੋਣੀ ਚਾਹੀਦੀ ਆ। ਤੇ ਇੱਕ ਪਿੱਲੋ ਤੁਹਾਡੇ ਗੋਡਿਆਂ ਦੇ ਵਿੱਚ, ਤਾਂ ਕਿ ਪੈਲਵਿਕ ਦੀ ਪ੍ਰੋਬਲਮ ਨਾ ਆਵੇ, ਠੀਕ ਆ। ਇਹਦੇ ਵਿੱਚ ਤੁਸੀਂ ਇੱਕ ਪਿੱਲੋ ਰੱਖ ਸਕਦੇ। ਇਹਦਾ ਕੀ ਹੈ ਜੀ, ਥੋੜਾ ਜਿਹਾ ਵੀ ਦੱਸੋ। ਤਾਂ ਕਿ ਚੂਹੇ ਤੇ ਸਟ੍ਰੈਸ ਨਾ ਆਵੇ, ਐਂ ਟਕਰਾਉਣਾ। ਜੇ ਇਦਾਂ ਪੈ ਰਿਹਾ ਸਟ੍ਰੈਸ? ਬਿਲਕੁਲ ਪੈ ਰਿਹਾ। ਜੇ ਆਪਾਂ ਇਦਾਂ ਰੱਖ ਲਈਏ ਤਾਂ ਈਜ਼ੀ ਰਹੂਗਾ।
ਇਹ ਬੈਟਰ ਪੋਜੀਸ਼ਨਸ ਨੇ। ਤੁਸੀਂ ਨੈਟ ਤੇ ਵੀਡੀਓਜ਼ ਬਹੁਤ ਦੇਖ ਸਕਦੇ ਹੋ ਕਿ ਕਿੱਦਾਂ ਸੌਣਾ ਆਪਾਂ ਨੂੰ, ਹਨਾ। ਸੋ ਬੈਟਰ ਪੋਜੀਸ਼ਨਸ ਨੇ, ਇਦਾਂ ਸੌ ਜਾਓ, ਐਂ ਬਾਂਹ ਕਰ ਲਓ। ਮਸਲ ਤੁਹਾਡੀ ਜਦੋਂ ਤੁਸੀਂ ਸੁੱਤੇ ਹੋ ਤੁਹਾਡੇ ਕਿਸੇ ਏਰੀਏ ਤੇ ਸਰੀਰ ਤੇ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ, ਠੀਕ ਹੈ। ਇਸ ਟਾਈਮ ਮੈਂ ਪਿਆ, ਮੇਰੀ ਬਾਂਹ ਰਿਲੈਕਸ ਆ, ਮੈਂ ਐਂ ਨਹੀਂ ਪਿਆ। ਹੁਣ ਮੈਂ ਆਪਣੇ ਮੋਢਿਆਂ ਤੇ ਜ਼ੋਰ ਪਾਇਆ ਹੋਇਆ, ਬਾਹਾਂ ਤੇ ਜ਼ੋਰ ਪਾਇਆ ਹੈ। ਹੁਣ ਜਿਹੜਾ ਬੰਦਾ ਸਾਲੋਂ ਸਾਲ ਐਂ ਪਈ ਜਾਊਗਾ ਫਿਰ ਦੁਖਣੀ ਹੈ ਮੋਢੇ। ਠੀਕ ਹੈ। ਹੁਣ ਇਸ ਟਾਈਮ ਮੈਂ ਰਿਲੈਕਸ ਪਿਆ, ਬਿਲਕੁਲ ਓਕੇ ਹੈ ਜੀ, ਠੀਕ ਹੈ। ਉਲਟਾ ਬਿਲਕੁਲ ਨਹੀਂ ਸੌਣਾ ਹੈ, ਜਿਵੇਂ ਗਰਦਨ ਆਪਾਂ ਟੇਢੀ ਕਰਕੇ ਸਿੱਧੇ ਸੌਂ ਜਾਓ। ਚਲੋ ਇਹ ਪਿੱਲੋ ਥੋੜਾ ਜਿਹਾ ਹਾਰਡ ਆ, ਮੈਂ ਇਹਨੂੰ ਚੱਕ ਦਿੰਦਾ ਕਿਉਂਕਿ ਘਰੇ ਆਪਣੇ ਦੂਜੇ ਪਿੱਲੋ ਨੇ, ਇੱਥੇ ਸਾਡੇ ਕੰਮ ਵਾਲੇ ਨੇ ਇਹ। ਤੁਸੀਂ ਜਿੱਦਾਂ ਆਹ ਪਿੱਲੋ ਇੱਥੋਂ ਲਓ, ਸ਼ੋਲਡਰ ਲਾਈਨ ਤੋਂ ਸ਼ੁਰੂ ਕਰੋ ਤੇ ਤੁਹਾਡੇ ਸਿਰ ਦੇ ਲਾਈਨ ਤੇ ਖਤਮ ਹੋ ਜੇ। ਅੱਛਾ, ਨਾਰਮਲੀ ਇਹ ਵੀ ਆ। ਮੈਂ ਇੱਕ ਵਾਰੀ ਕਹੂੰਗਾ ਹਰਦੀਪ ਨੂੰ, ਜੇ ਦਿਖਾਵੇਂ ਹਰਦੀਪ, ਇਹ ਚੀਜ਼ ਲੋਕਾਂ ਤੱਕ ਪਹੁੰਚਣੀ ਬਹੁਤ ਜ਼ਰੂਰੀ। ਨਾਰਮਲੀ ਆਪਾਂ ਇਦਾਂ ਲੈਂਦੇ ਆਪਾਂ ਇਦਾਂ ਲੈਂਦੇ ਆ, ਇਹ ਨਹੀਂ ਠੀਕ ਹੈਗਾ। ਬੈਟਰ ਹੈ ਇਹਨੂੰ ਥੱਲੋਂ ਥੋੜਾ ਜਿਹਾ ਆਪਾਂ ਸ਼ੋਲਡਰ ਲਾਈਨ ਤਾਂ ਕਿ ਤੁਹਾਡੀ ਗਰਦਨ ਦਾ ਆਰਚ ਵੀ ਬਣਿਆ ਰਹੇ, ਜੋ ਕੁਦਰਤ ਨੇ ਡਿਜ਼ਾਈਨ ਕੀਤੀ ਹੋਈ ਆਰਚ ਆ ਉਹ ਬਣੀ ਰਹੇ। ਚਲੋ ਇੱਥੇ ਮੇਰੀ ਪੱਗ ਕਰਕੇ ਥੋੜਾ ਜਿਹਾ ਹੈ, ਪਰ ਨਾਰਮਲੀ ਜਦ ਤੁਸੀਂ ਪਾਓਗੇ ਤਾਂ ਤੁਹਾਡੀ ਗਰਦਨ ਐ ਰਹਿਣੀ ਚਾਹੀਦੀ। ਇਹ ਬਹੁਤ ਵਧੀਆ ਚੀਜ਼ ਆ। ਮੈਨੂੰ ਲੱਗਦਾ ਕਿ ਤਕਰੀਬਨ ਸਾਰੇ ਉਦਾਂ ਹੀ ਲੈਂਦੇ ਆ, ਗਰਦਨ ਤੋਂ ਪਿੱਛੋਂ ਦੀ ਸਰਾਣਾ। ਇੱਥੇ ਸਾਡੇ ਕੋਲ ਜਿਹੜੇ ਆਉਂਦੇ ਅਸੀਂ ਤਾਂ ਗਾਈਡ ਕਰਦੇ ਹਾਂ ਸਾਰਿਆਂ ਨੂੰ ਵੀ ਇਸ ਤਰੀਕੇ ਨਾਲ ਪਾਓ, ਕਿਉਂਕਿ ਦੇਖੋ ਇਹ ਲੌਂਗ ਟਾਈਮ ਸਲੀਪਿੰਗ ਪੋਸਚਰ ਹੀ ਬੰਦੇ ਨੂੰ ਖਰਾਬ ਕਰਦੇ ਆ, ਠੀਕ ਹੈ। ਜਦੋਂ ਤੁਸੀਂ ਕਾਫੀ ਸਮੇਂ ਤੱਕ ਗਲਤ ਪੋਜ਼ 'ਚ ਪਏ ਰਹੋਗੇ, ਸੋ ਇਹੀ ਸਾਨੂੰ ਵਿਗਾੜਦੇ ਨੇ, ਇਹੀ ਕਰਬ ਖਰਾਬ ਕਰਦੇ ਨੇ। ਹੁਣ ਇਹਨਾਂ ਦੇ ਐਕਸਰੇ 'ਚ ਵੀ ਨੈਕ ਦੀ ਦੇਖੋ ਡਿਗਰੀ ਸਹੀ ਨਹੀਂ ਹੈ, ਠੀਕ ਆ। ਆਪਾਂ ਇੱਥੇ ਕਹਿ ਕੇ ਮਸ਼ਹੂਰ ਕਰਦੇ ਨੇ ਸਰਵਾਈਕਲ ਪ੍ਰੋਬਲਮ ਆ ਬੰਦੇ ਨੂੰ, ਹੈ ਨਾ, ਪਰ ਨੈਕ ਦੀ ਡਿਗਰੀ ਖਰਾਬ ਹੋਈ ਹੋਈ ਹੈ। ਇੱਕ ਚੀਜ਼ ਹੋਰ ਦੱਸੋ, ਸਰਵਾਈਕਲ ਦੀ ਗੱਲ ਆਈ, ਮੈਂ ਭੁੱਲ ਨਾ ਜਾਵਾਂ। ਇਹ ਮੈਂ ਕਹਿੰਦਾ ਹਰ ਘਰ ਦੇ ਵਿੱਚ ਇਹ ਚੀਜ਼ ਵੜ ਗਈ ਬਹੁਤ, ਔਰ ਤਕਰੀਬਨ ਹੁਣ ਤਾਂ ਬੱਚਿਆਂ ਨੂੰ ਵੀ ਹੋਣ ਲੱਗ ਗਈ। ਇਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਇਹ ਤੋਂ ਜੇ ਕੋਈ ਮਤਲਬ, ਵੈਸੇ ਤਾਂ ਚਲੋ ਜਿਹਨੂੰ ਕੋਈ ਪ੍ਰੋਬਲਮ ਹੈਗੀ ਆ ਬਹੁਤ ਜ਼ਿਆਦਾ, ਤੁਹਾਡੇ ਤੱਕ ਵੀ ਵਿਜ਼ਿਟ ਕਰ ਸਕਦਾ। ਜੇ ਕੋਈ ਆਪਣੇ ਪੱਧਰ ਦੇ ਉੱਤੇ ਜੇ ਕਿਸੇ ਨੇ ਕੁਝ ਕਰਨਾ ਹੋਵੇ, ਕੋਈ ਦੂਰ ਨੇੜੇ ਬੈਠਾ ਹੋਵੇ, ਤੁਸੀਂ ਰਾਤ ਨੂੰ ਸੌਂਦੇ ਹੋ ਜਾਂ ਕਿਸੇ ਟਾਈਮ ਵੀ ਸੌਂਦੇ ਹੋ, ਤਾਂ ਪਿੱਲੋ ਤੁਸੀਂ ਇਸ ਤਰੀਕੇ ਦੇ ਨਾਲ ਲਓ, ਕੁਦਰਤੀ ਆਰਚ ਬਣਦੀ ਰਹੇਗੀ, ਖਰਾਬ ਨਹੀਂ ਹੋਊਗੀ। ਤੁਸੀਂ ਸ਼ੋਲਡਰ ਲਾਈਨ ਤੋਂ ਪਿੱਲੋ ਸ਼ੁਰੂ ਕਰਨਾ, ਸ਼ੋਲਡਰ ਤੋਂ ਥੋੜਾ ਜਿਹਾ ਥੱਲੇ, ਸਕੈਪੂਲਰ ਵਿੰਗ ਤੋਂ, ਠੀਕ ਹੈ। ਉੱਥੋਂ ਤੁਸੀਂ ਲਓ, ਕੁਦਰਤੀ ਆਰਚ ਬਣਦੀ ਰਹੇਗੀ, ਖਰਾਬ ਨਹੀਂ ਹੋਏਗੀ। ਹੁਣ ਤੁਸੀਂ ਪਿੱਲੋ, ਹੁਣ ਆਪਾਂ ਬਹਿਨੇ ਆਏ ਆ ਪਿੱਠ ਲਾ ਕੇ, ਫਿਰ ਖਰਾਬ ਤਾਂ ਆਪਾਂ ਹਾਫੀ ਕਰਦੇ ਆ ਨਾ ਇਹਨਾਂ ਚੀਜ਼ਾਂ ਨੂੰ। ਹੁਣ ਐਂ ਤੁਸੀਂ ਜ਼ਿਆਦਾ ਬੈਠੋਗੇ ਤਾਂ ਉਹ ਖਰਾਬ ਹੋਣੀ। ਹੁਣ ਇਹ ਚੀਜ਼ਾਂ ਨੇ, ਠੀਕ ਹੈ। ਬਾਕੀ ਕੁਝ ਬਹੁਤ ਟੈਕਨੀਕਲ ਪੁਆਇੰਟਸ ਨੇ, ਬੰਦਾ ਸਾਡੇ ਕੋਲ ਇੱਥੇ ਆਉਂਦਾ ਸੀ, ਉਹਨਾਂ ਨੂੰ ਗਾਈਡ ਕਰਦੇ ਆ ਵੀ ਕਿੱਦਾਂ ਤੁਸੀਂ ਆ, ਠੀਕ ਹੈ। ਉਹ ਤੇ ਇਹਦਾ ਕੁਝ ਇੱਕ ਦੋ ਆਖਰੀ ਸਵਾਲ ਨੇ। ਇਹਦਾ ਖਾਣ ਪੀਣ ਦੇ ਨਾਲ ਜੇ ਕੁਝ ਹੁੰਦਾ, ਇਹ ਵੀ ਦੱਸ ਦਿਓ। ਉਸ ਟਾਈਮ ਬੰਦਾ ਪੇਨ ਦੇ ਵਿੱਚ ਆਇਆ, ਉਸ ਟਾਈਮ ਉਹ ਥੋੜੀ ਜਿਹੀ ਬੈ ਵਾਲੀਆਂ ਚੀਜ਼ਾਂ ਨੂੰ ਕੰਟਰੋਲ 'ਚ ਕਰ ਲੈ, ਮਤਲਬ ਵਾਈ ਵਾਲੀਆਂ ਚੀਜ਼ਾਂ, ਕਿਉਂਕਿ ਜਿੰਨੇ ਵੀ ਸ਼ੂਟਿੰਗ ਪੇਨਸ ਨੇ, ਤਿੱਖੇ ਦਰਦ ਨੇ, ਉਹ ਵਾਈ ਦੀ ਵਜ੍ਹਾ ਨਾਲ ਆਉਂਦੇ ਨੇ, ਠੀਕ ਹੈ। ਜਦੋਂ ਵਾਤ ਪਿੱਤ ਕਫ ਦੀ ਗੱਲ ਕਰਦੇ ਆ ਆਪਾਂ, ਤਾਂ ਵਾਈ ਦੀ ਵਜ੍ਹਾ ਨਾਲ। ਸੋ ਸ਼ੂਟਿੰਗ ਪੇਨਸ ਨੇ ਜਿਹੜੀਆਂ, ਉਹ ਵਾਈ ਘਟਾ ਦਿਓ, ਉਹ ਕਾਫੀ ਹੱਦ ਤੱਕ ਕੰਟਰੋਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਬਾਕੀ ਜੇ ਪ੍ਰੈਸ਼ਰ ਹੀ ਬਹੁਤ ਬਣਿਆ ਹੋਇਆ, ਦੇਖੋ ਫਿਰ ਤਾਂ ਐਡਜਸਟਮੈਂਟ ਹੀ ਆ, ਫਿਰ ਤਾਂ ਟ੍ਰੀਟਮੈਂਟ ਹੀ ਲੈਣਾ ਪੈਂਦਾ, ਠੀਕ ਹੈ। ਬਾਕੀ ਇਹ ਹੈ ਕਿ ਘਰੇ ਤੁਸੀਂ ਇਹਨਾਂ ਚੀਜ਼ਾਂ ਨੂੰ ਹਲਕੀ ਬਹੁਤੀ ਸਟ੍ਰੈਚਿੰਗ ਕਰਕੇ ਜਾਂ ਬਾਈ ਚੀਜ਼ਾਂ ਕੰਟਰੋਲ ਕਰਕੇ ਤੁਸੀਂ ਕਵਰ ਕਰ ਸਕਦੇ ਹੋ, ਕਿਉਂਕਿ ਨੌਰ 19 ਕੀ ਦੇਖੋ ਸਭ ਨੂੰ ਦੇਖੋ ਜ਼ਿੰਦਗੀ 'ਚ ਆਉਂਦੀ ਰਹਿੰਦੀ ਆ, ਠੀਕ ਆ। ਹਾਂ ਮੇਜਰ ਆਉਂਦੀ ਆ, ਉੱਥੇ ਸਾਡੇ ਵਰਗੇ ਦੀ ਜ਼ਰੂਰਤ ਹੈ, ਠੀਕ ਹੈ। ਤੇ ਹੋਰ ਬਸ ਆਪਣਾ ਨਾਰਮਲ ਵਾਕਿੰਗ ਬੰਦਾ ਕਰਦਾ ਰਹੇ, ਹੋਰ ਕੀ ਹੈ ਜੀ। ਹਾਂ, ਇਹ ਜ਼ਰੂਰੀ ਨੇ ਚੀਜ਼ਾਂ। ਤਾਂ ਬਿਲਕੁਲ ਇਹ ਲਗਾਤਾਰ ਕੀਤੀ ਹੈ ਜੀ। ਮੈਂ ਇੱਕ ਵਾਰੀ ਇੱਧਰ ਵੀ ਦਿਖਾ ਦਾਂ, ਪ੍ਰਦੀਪ ਜੀ ਵੀ ਲਗਾਤਾਰ ਕਰ ਰਹੇ ਨੇ, ਔਰ ਮੈਨੂੰ ਲੱਗਦਾ ਕਿ ਇਹਨਾਂ ਦੀਆਂ ਹੀ ਇਹ ਚੀਜ਼ਾਂ ਨੇ, ਔਰ ਉਹਨਾਂ ਦਾ ਬੇਟਾ ਅੱਗੇ ਹੁਣ ਚੀਜ਼ਾਂ ਨੂੰ ਕੈਰੀ ਫਾਰਵਰਡ ਕਰ ਰਿਹਾ। ਤਾਂ ਬਹੁਤ ਵਧੀਆ ਗੱਲ ਹੈ ਇਹ, ਕਿ ਕਿਉਂਕਿ ਲੋਕਾਂ ਨੂੰ ਜਿਹੜੀ ਦਰਦ ਤੋਂ ਨਿਜਾਤ ਮਿਲਦੀ ਹੈ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਕਿਉਂਕਿ ਜਦੋਂ ਬੰਦਾ ਦਰਦ ਦੇ ਵਿੱਚ ਹੁੰਦਾ ਤਾਂ ਉਹ ਥਾਂ ਤੇ ਜਾਂਦਾ, ਔਰ ਬਹੁਤ ਵੱਡੀ ਚੀਜ਼ ਹੈ। ਤਾਂ ਲਗਾਤਾਰ ਦੀਪ ਕਾਇਰੋਪ੍ਰੈਕਟਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੱਦਾਂ ਜਿਹੜੇ ਖਾਸ ਤੌਰ ਤੇ ਹੱਡੀਆਂ ਨਾਲ ਜੁੜੇ ਹੋਏ ਜਿਹੜੀਆਂ ਤਕਲੀਫਾਂ ਨੇ ਕਿਵੇਂ ਠੀਕ ਹੁੰਦੀਆਂ ਨੇ। ਇੱਕ ਤੁਹਾਨੂੰ ਮੈਂ ਇਹ ਆਂਟੀ ਜੀ ਨੇ ਇੱਥੇ ਇਲਾਜ ਕਰਾਇਆ, ਮੈਂ ਇਹਨਾਂ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਤੁਹਾਡੇ ਤੱਕ ਵੀ ਇਹ ਚੀਜ਼ ਟਰੈਵਲ ਕਰੇ, ਤੁਹਾਨੂੰ ਵੀ ਪਹੁੰਚੇ। ਆਂਟੀ ਕੀ ਦਿੱਕਤ ਕੀ ਸੀ? ਮੇਰੀ ਚੂਲੇ ਦੀ ਪ੍ਰੋਬਲਮ ਸੀਗੀ ਬਹੁਤ ਜ਼ਿਆਦਾ, ਮੇਰੇ ਤੋਂ ਖੜ ਨਹੀਂ ਸੀ ਹੋ ਰਿਹਾ, ਦੋਨਾਂ ਲੱਤਾਂ ਤੇ ਇੱਕੋ ਜਿਹਾ ਭਾਰ ਨਹੀਂ ਸੀ ਆਉਂਦਾ। ਤੇ ਫਿਰ ਮੈਂ ਡਾਕਟਰ ਸਾਹਿਬ ਕੋਲ ਆਈ ਤੇ ਮੈਨੂੰ ਬਹੁਤ ਫਰਕ ਪਿਆ, ਮੈਂ ਠੀਕ ਆ। ਮੈਂ ਚਾਹੁੰਦੀ ਕਿ ਸਾਰੇ ਜਿਨ੍ਹਾਂ ਨੂੰ ਪ੍ਰੋਬਲਮ ਆਉਣ। ਦਵਾਈ ਵਗੈਰਾ ਵੀ ਕੁਝ ਨਹੀਂ ਲੈ ਰਹੇ? ਨਹੀਂ ਕੁਛ ਨਹੀਂ, ਹੁਣ ਮੈਂ ਕੰਮ ਵੀ ਸਾਰਾ ਕਰ ਲੈਂਦੀ ਆ, ਖੁਸ਼ ਆ ਮੈਂ ਬਹੁਤ ਹੁਣ। ਤੇ ਤੁਰਨ 'ਚ ਦਿੱਕਤ ਆਉਂਦੀ ਸੀਗੀ? ਤੁਰ ਤਾਂ ਹੁੰਦਾ ਹੀ ਨਹੀਂ ਸੀ ਮੇਰੇ ਕੋਲ ਬਿਲਕੁਲ, ਹਾਂਜੀ ਬਿਲਕੁਲ ਨਹੀਂ ਸੀ ਤੁਰ ਹੁੰਦਾ, ਦੋਨਾਂ ਲੱਤਾਂ ਤੇ ਭਾਰ ਨਹੀਂ ਸੀ ਆਉਂਦਾ। ਹਾਂਜੀ। ਤੇ ਕਿੰਨਾ ਕੁ ਸਮਾਂ ਲੱਗ ਗਿਆ? ਮਹੀਨਾ ਇੱਕ। ਪੰਜਵੀਂ ਸੈਟਿੰਗ ਸੀ। ਹਾਂਜੀ ਹਾਂਜੀ। ਤੇ ਦਵਾਈ ਵਗੈਰਾ ਵੀ ਬੰਦ ਆ? ਹਾਂਜੀ। ਤੇ ਬਾਕੀ ਸਮਝਣ ਦੀ ਕੋਸ਼ਿਸ਼ ਕਰਦੇ ਆ, ਮਤਲਬ ਟੈਕਨੀਕਲੀ ਕੀ ਚੀਜ਼ ਆ। ਆਪਣੇ ਸਾਡੇ ਨਾਲ ਹੈਗੇ ਨੇ ਜੀ ਦੀਪ ਕਾਇਰੋਪ੍ਰੈਕਟਰ ਤੋਂ। ਬਾਈ ਜੀ ਕੀ ਦਿੱਕਤ ਕੀ ਸੀ ਤੇ ਕੀ ਮੇਨ ਜਿਹੜਾ ਸਿਸਟਮ ਹੈ ਜੀ, ਸਿਸਟਮ ਹੈਗਾ ਮਿਸ ਅਲਾਈਨਮੈਂਟ ਦਾ, ਠੀਕ ਹੈ। ਆਪਾਂ ਮਿਸ ਅਲਾਈਨਮੈਂਟ ਖਤਮ ਕਰਨੀ ਹੈ, ਠੀਕ ਹੈ। ਅਸੀਂ ਐਕਸ-ਰੇ ਕਰਵਾਉਣੇ, ਜਿਵੇਂ ਆਪਾਂ ਸਿੰਪਲ ਭਾਸ਼ਾ 'ਚ ਕਹੀਏ, ਆਪਾਂ ਟਾਇਰਾਂ ਦੀ ਕਰਾਉਂਦੇ ਆ। ਹਾਂਜੀ ਕਹਿ ਲਓ,
ਠੀਕ ਹੈ ਆਪਾਂ ਐਕਸ-ਰੇ ਕਰਾਉਂਦੇ ਆ ਜੀ ਅਸੀਂ ਵੈਸੇ ਬਿਨਾਂ ਐਕਸ-ਰੇ ਕਿਸੇ ਨੂੰ ਅਟੈਂਡ ਨਹੀਂ ਕਰਦੇ ਐਕਸ-ਰੇ ਕਰਵਾਉਂਦੇ ਆ ਐਕਸ-ਰੇ ਦੇ ਵਿੱਚ ਜੋ ਅਸੀਂ ਪੜ੍ਹੇ ਆ ਉਸ ਹਿਸਾਬ ਨਾਲ ਅਸੀਂ ਕੈਲਕੂਲੇਸ਼ਨਸ ਕਰਦੇ ਆ ਤੁਸੀਂ ਦੇਖੋ ਅਸੀਂ ਕਾਫੀ ਕੁਝ ਲਿਖਿਆ ਵੀ ਹੋਇਆ ਐਕਸ-ਰੇ ਦੇ ਉੱਤੇ ਇਹ ਸਾਡੀਆਂ ਡਾਇਰੈਕਸ਼ਨਾਂ ਨੇ ਕੰਮ ਕਰਨ ਦੀਆਂ ਠੀਕ ਹੈ ਅਸੀਂ ਐਕਸ-ਰੇ ਦੇ ਉੱਤੇ ਵਰਕ ਕਰਕੇ ਉਸੇ ਅਕੋਰਡਿੰਗਲੀ ਜਿਵੇਂ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਬਿਲਕੁਲ ਲੋਕਾਂ ਨੂੰ ਜੇ ਸਮਝਾਉਣਾ ਹੋਵੇ ਇਹ ਬਿਫੋਰ ਆਫਟਰ ਵਾਲਾ ਵਾ ਕਿ ਕਿਵੇਂ ਸੀਗਾ ਇਹ ਇੱਕ ਸਾਈਡ ਦਾ ਵਿਊ ਆ ਬੈਕ ਦਾ ਇਹ ਸਾਈਡ ਦਾ ਵਿਊ ਆ ਠੀਕ ਹੈ ਬਿਫੋਰ ਆਫਟਰ ਵਾਲਾ ਨਹੀਂ ਹੈਗਾ ਇਹ ਦਿੱਕਤ ਕੀ ਆ ਨੀਵਾਂ ਪਾਸਾ ਲੱਗ ਰਿਹਾ ਇਦਾਂ ਬਿਲਕੁਲ ਜੀ ਨੀਵਾਂ ਪਾਸਾ ਇਹਨਾਂ ਦਾ ਪੁਰਾਣਾ ਐਕਸ-ਰੇ ਆ ਜਿਹੜਾ ਪੁਰਾਣੇ ਐਕਸ-ਰੇ ਦੇ ਵਿੱਚ ਇਹਨਾਂ ਦੀ ਰਾਈਟ ਲੈਗ ਆ ਜਿਹੜੀ ਠੀਕ ਹੈ ਸੱਜਾ ਪਾਸਾ 8 mm ਡਾਊਨ ਸੀਗਾ ਠੀਕ ਹੈ ਜੀ ਤੇ ਇਹਦੇ ਵਿੱਚ 6 mm ਡਾਊਨ ਆ ਇਸ ਟਾਈਮ ਠੀਕ ਹੈ ਮਤਲਬ 2 mm ਅਪ ਹੋ ਗਿਆ ਠੀਕ ਹੈ ਜੀ ਸੋ ਇਹ ਆ ਕਿ ਜਿੱਦਾਂ ਜਿੱਦਾਂ ਪ੍ਰੋਗਰੈਸ ਹੁੰਦੀ ਰਹਿੰਦੀ ਆ ਆਪਾਂ ਉਵੇਂ ਉਵੇਂ ਇਹਨੂੰ ਐਡਜਸਟ ਕਰਕੇ ਠੀਕ ਕਰਦੇ ਰਹਿੰਦੇ ਆ ਕਿਉਂਕਿ ਦੇਖੋ ਇਹ ਇਨਸਟੈਂਟ ਰਿਲੀਫ ਵਾਲਾ ਨਹੀਂ ਹੈਗਾ ਇਨਸਟੈਂਟ ਹੀਲ ਵਾਲਾ ਇਹ ਮਤਲਬ ਆਪਾਂ ਇੱਕ ਤਰ੍ਹਾਂ ਨਾਲ ਬਾਡੀ ਨੂੰ ਹੈਲਪ ਕਰਦੇ ਆ ਕਿ ਜਲਦੀ ਹੀਲ ਆਊਟ ਹੋ ਜਾਏ ਦਰਦ ਖਤਮ ਹੋ ਜਾਂਦਾ ਛੇਤੀ ਖਤਮ ਹੋਣੇ ਦੇਖੋ ਕੋਈ ਚੀਜ਼ ਆਪਣੀ ਜਗ੍ਹਾ ਤੇ ਆਈ ਗਈ ਤੇ ਉਹ ਦਰਦ ਤਾਂ ਆਟੋਮੈਟਿਕਲੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ ਠੀਕ ਹੈ ਜਦੋਂ ਜੋ ਕੁਦਰਤ ਨੇ ਡਿਜ਼ਾਈਨ ਕੀਤਾ ਹੋਇਆ ਆਪਣੇ ਸਰੀਰ ਨੂੰ ਆਪਾਂ ਉੱਥੇ ਪਹੁੰਚ ਗਏ ਆ ਤੇ ਬਾਈ ਡਿਫਾਲਟ ਠੀਕ ਹੋਣਾ ਸ਼ੁਰੂ ਹੋ ਜਾਊਗਾ ਆ ਜੋ ਵੀ ਮੈਂ ਰੀਡਿੰਗਾਂ ਪਾਈਆਂ ਹੋਈਆਂ ਇਹ ਮਿਸਅਲਾਈਨਮੈਂਟਾਂ ਨੇ ਆਪਣਾ ਸਿੰਪਲ ਫਰਜ਼ ਇਹ ਆ ਕਿ ਆਪਾਂ ਇਹਨਾਂ ਨੂੰ ਖਤਮ ਕਰਨਾ ਆਪਾਂ ਇਹਦੇ ਤੇ ਵਰਕ ਕਰਨਾ ਇਸ ਚੀਜ਼ ਨੂੰ ਕਰੈਕਟ ਕਰਨਾ ਬੰਦੇ ਦੀ ਤਕਲੀਫ ਆਪਣੇ ਆਪ ਘਟਦੀ ਚੱਲੀ ਜਾਂਦੀ ਹੈ ਡੇ ਬਾਏ ਡੇ ਅੱਛਾ ਜੇ ਤੁਹਾਨੂੰ ਕਿਸੇ ਨੇ ਇੱਥੇ ਮਿਲਣਾ ਹੋਵੇ ਮੈਨੂੰ ਲੱਗਦਾ ਕਿ ਹੁਣ ਇਹ ਚੀਜ਼ ਤਾਂ ਦੱਸਣ ਦੀ ਲੋੜ ਨਹੀਂ ਬਹੁਤਿਆਂ ਨੂੰ ਪਤਾ ਪਰ ਬਹੁਤ ਐਸੇ ਲੋਕ ਨੇ ਜਿਹੜੇ ਬਾਅਦ ਚੋਂ ਹਮੇਸ਼ਾ ਪੁੱਛਦੇ ਨੇ ਤਾਂ ਤੁਸੀਂ ਥੋੜਾ ਜਿਹਾ ਦੱਸ ਦਿਓ ਮੇਨਲੀ ਸਾਡੀ ਵੈਬਸਾਈਟ ਵੀ ਆ ਇੰਸਟਾਗ੍ਰਾਮ YouTube ਤੇ Facebook ਤੇ ਹੈਗਾ ਸਾਡਾ ਦੀਪ ਕੈਰੋਪ੍ਰੈਕਟਰ ਦੇ ਨਾਂ ਤੇ ਸਾਡਾ ਫੋਨ ਨੰਬਰ ਹੈਗਾ 9988170101 ਤੇ ਫੋਨ ਦਾ ਸਮਾਂ ਜੀ ਉਹ 10 ਵਜੇ ਸਵੇਰੇ ਤੋਂ ਲੈ ਕੇ 5 ਵਜੇ ਤੱਕ ਸ਼ਾਮ ਨੂੰ ਅਸੀਂ ਬਿਨਾਂ ਅਪਾਇੰਟਮੈਂਟ ਜੀ ਕਿਸੇ ਨੂੰ ਦੇਖਦੇ ਨਹੀਂ ਹੈਗੇ ਸਭ ਦੀਆਂ ਵਾਰੀਆਂ ਨੇ ਅਪਾਇੰਟਮੈਂਟ ਦਿੰਨੇ ਆ ਅਪਾਇੰਟਮੈਂਟ ਦੇ ਬੇਸਿਸ ਤੇ ਹੀ ਬੰਦਾ ਔਰ ਮੈਨੂੰ ਲੱਗਦਾ ਕਿ ਇੱਥੇ ਅਪਾਇੰਟਮੈਂਟ ਤੋਂ ਬਿਨਾਂ ਚੱਲਣਾ ਵੀ ਨਹੀਂ ਕਿਉਂਕਿ ਜੇ ਅੱਧਾ ਘੰਟਾ ਲੱਗਦਾ ਤਾਂ ਤੁਸੀਂ ਬੰਦੇ ਖਤਮ ਕਰ ਹੀ ਨਹੀਂ ਸਕਾਂਗੇ ਉਸ ਹਿਸਾਬ ਨਾਲ ਹਨਾ ਸੋ ਲੋੜ ਹੀ ਨਹੀਂ ਹੈ ਅਸੀਂ ਇਸ ਲਈ ਸਾਰਿਆਂ ਨੂੰ ਅਪਾਇੰਟਮੈਂਟ ਦੇ ਬੇਸਿਸ ਤੇ ਹੀ ਮਿਲਦੇ ਆ ਹੁਣ ਤੁਸੀਂ ਬਾਹਰ ਵੀ ਦੇਖੋ ਜੋ ਵੀ ਵੇਟਿੰਗ 'ਚ ਨੇ ਉਹਨਾਂ ਦੀ ਅੱਜ ਦੇ ਦਿਨ ਦੀ ਅਪਾਇੰਟਮੈਂਟ ਆ ਅਪਾਇੰਟਮੈਂਟ ਲੈ ਕੇ ਹੀ ਸਾਰੇ ਆਉਂਦੇ ਨੇ ਠੀਕ ਹੈ ਸੋ ਬਿਨਾਂ ਅਪਾਇੰਟਮੈਂਟ ਅਸੀਂ ਅਟੈਂਡ ਨਹੀਂ ਕਰਦੇ ਜੀ ਕਿਸੇ ਨੂੰ ਤੇ ਇਹ ਤੁਹਾਡਾ ਜੇ ਕਿਸੇ ਨੇ ਸੰਗਰੂਰ ਸਾਈਡ ਤੋਂ ਆਣਾ ਹੋਵੇ ਇਹ ਆਲਮਗੀਰ ਸਾਹਿਬ ਤੋਂ ਅੱਗੇ GNE ਕਾਲਜ ਦੇ ਬਿਲਕੁਲ ਕੋਲ ਕਾਲਜ ਦੇ ਕੋਲ ਲੁਧਿਆਣੇ ਗਿੱਲ ਰੋਡ ਤੇ GNE ਕਾਲਜ ਦੇ ਕੋਲ ਆ ਜੀ ਗਿੱਲ ਰੋਡ ਤੇ ਮਰਾਡੋ ਚੌਂਕੀ ਦੇ ਆਪੋਜ਼ਿਟ ਆ ਜੀ ਬਿਲਕੁਲ ਤਾਂ ਇਹ ਸੀ ਜੀ ਦੀਪ ਕਾਇਰੋਪ੍ਰੈਕਟਰ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਆਸ ਉਮੀਦ ਕਰਦੇ ਹਾਂ ਕਿ ਜਿਵੇਂ ਤੁਸੀਂ ਪਹਿਲਾਂ ਤੁਹਾਨੂੰ ਇਸ ਤੋਂ ਕਾਫੀ ਜ਼ਿਆਦਾ ਲਾਭ ਹੋਇਆ ਸੀ ਕਿਉਂਕਿ ਜਿਹੜਾ ਬੰਦਾ ਤਕਲੀਫ ਦੇ ਵਿੱਚ ਹੁੰਦਾ ਉਹ ਦਰ ਭਟਕਦਾ ਔਰ ਮੈਨੂੰ ਲੱਗਦਾ ਕਿ ਜੇ ਕਿਸੇ ਦਾ ਹੱਲ ਹੁੰਦਾ ਤਾਂ ਬਹੁਤ ਜ਼ਰੂਰੀ ਹੈ ਆਖਰ ਦੇ ਵਿੱਚ ਕੋਈ ਸੁਨੇਹਾ ਲਾਉਣਾ ਚਾਹੋ ਜੀ ਪੰਜਾਬ ਦੇ ਲੋਕਾਂ ਦੇ ਨਾਮ ਜਿਹੜੇ ਤੁਹਾਡੇ ਪਹਿਲਾਂ ਵੀ ਤੁਹਾਡੇ ਤੋਂ ਇਲਾਜ ਕਰਵਾ ਚੁੱਕੇ ਨੇ ਜਾਂ ਕੋਈ ਹੋਰ ਤਕਲੀਫ ਦੇ ਵਿੱਚ ਨੇ ਕਿਉਂਕਿ ਜਦੋਂ ਜਿਹੜਾ ਤਕਲੀਫ ਦੇ ਵਿੱਚ ਆ ਉਹ ਸਮਝ ਸਕਦਾ ਹੈ ਇਹ ਦਰਦ ਜਿਹੜਾ ਕੀ ਹੁੰਦਾ ਨਹੀਂ ਲੋਕਾਂ ਨੂੰ ਤਾਂ ਬਸ ਹੋਰ ਕੁਛ ਨਹੀਂ ਜਾਂ ਆਪਣਾ ਥੋੜ੍ਹੇ ਵਾਰੀ ਦੀ ਵੇਟ ਕਰਨ ਪੇਸ਼ੈਂਸ ਰੱਖਣ ਧੈर्य ਜਿਹਨੂੰ ਕਹਿੰਦੇ ਇਹੀ ਦਿੱਕਤ ਆ ਸਭ ਤੋਂ ਜ਼ਿਆਦਾ ਸਭ ਤੋਂ ਵੱਡੀ ਪੇਸ਼ੈਂਸ ਧੈर्य ਰੱਖਣ ਕਿਉਂਕਿ ਕੋਈ ਜਾਦੂ ਨਹੀਂ ਹੈ ਸਾਡੇ ਹੱਥ ਹਾਂ ਸਾਡਾ ਸਲੋਗਨ ਜ਼ਰੂਰ ਇਹ ਹੈ ਕਿ ਐਕਸਪੀਰੀਅੰਸ ਦਾ ਮੈਜਿਕ ਸਾਡਾ ਜਿਹੜਾ ਸਲੋਗਨ ਹੈ ਨਹੀਂ ਕੁਝ ਕੁ ਲੋਕ ਮੈਂ ਵੀ ਭੇਜੇ ਨੇ ਉਹਨਾਂ ਨੇ ਵੀ ਯਕੀਨ ਕੀਤਾ ਕਹਿੰਦੇ ਯਾਰ ਬਹੁਤ ਸਾਨੂੰ ਰਿਲੀਫ ਹੋਇਆ ਮਤਲਬ ਦਿੱਲੀ ਤੱਕ ਇਲਾਜ ਕਰਾ ਲਿਆ ਸੀ ਪਿੱਠ ਦਾ ਉਹਨਾਂ ਨੇ ਬਹੁਤ ਅੱਛੇ ਬੰਦੇ ਆ ਰਹੇ ਨੇ ਔਰ ਚਿਹਰੇ ਦੇ ਉੱਤੇ ਸਮਾਈਲ ਜ਼ਰੂਰ ਦੇਖਦੇ ਹਾਂ ਆਪਾਂ ਕਿ ਇਹ ਸਮਾਈਲ ਦੇ ਕੇ ਜਾਂਦਾ ਕੀ ਕਰਦਾ ਗੁੱਸਾ ਦੇ ਕੇ ਜਾਂਦਾ ਤਾਂ ਤਕਰੀਬਨ 99% ਸਮਾਈਲ ਹੀ ਮਿਲਦੀ ਆ ਸਾਨੂੰ ਤੇ ਬਾਕੀ ਪੇਸ਼ੈਂਸ ਰੱਖੋ ਆਪਾਂ ਤਾਂ ਇਹੀ ਕਹਾਂਗੇ ਪੇਸ਼ੈਂਸ ਰੱਖੋ ਇੱਥੇ ਆ ਕੇ ਰੌਲਾ ਨਾ ਪਾਓ ਲੜੋ ਨਾ ਆਪਣੀ ਵਾਰੀ ਪਿੱਛੇ ਟਾਈਮ ਸਭ ਨੂੰ ਮਿਲਣਾ ਸਭ ਨੂੰ ਦਿੰਦੇ ਆ ਕੋਸ਼ਿਸ਼ ਸਾਡੀ ਇਹ ਹੈ ਕਿ ਸਭ ਨੂੰ ਖੁਸ਼ ਕਰਕੇ ਤੋਰੀਏ ਬਿਲਕੁਲ ਤਾਂ ਇਹ ਸੀ ਜੀ ਦੀਪ ਕਾਇਰੋਪ੍ਰੈਕਟਰ ਹੋਰਾਂ ਦੇ ਨਾਲ ਗੱਲਬਾਤ ਤੇ ਆਸ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦ ਆਈ ਹੋਵੇਗੀ ਲਗਾਤਾਰ ਬਣੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਧੰਨਵਾਦ